वाहिगुरु। जन कै संग चित आवै नाओ, आप मुक्त मुक्त करै संसार। नानक तिस जन को सदा नमस्कार। आया सफलताहु को गनिया, जास रसन हर हर जस भनिया। आए बसै साधु कै संगे, वाहिगुरु। अन दिन नाम ध्यावो रंगे। आवे सो जन नामै रता, जाको दया मया विधाता। एक आवन फिर जोन न आया, नानक हर के दर्श समाया। सुको होटल गुरुदेव, अहनस सहज सुभाए। दर्शन परसया गुरु कै जन्म मरण दुख जाए। होवै सिफत खसमदी, नूर अरसों कुरसों। तुद डिठे सच्चे पातशाह, मल जन्म जन्म दी कटी है। तुद डिठे सच्चे पातशाह, मल जन्म जन्म दी। करे कलंकत रिप कुल सारे, राज तेज को शीनस सारे। तिस शन तुर्क हिंद, तह चारी खतरी कौवो देवत गारी। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। सतगुरु पातशाह जी सत संगत दा समा सानू बख्शिश कर रहे। अज धन गुरु ग्रंथ साहब महाराज साहब जियां दी गुरता गद्दी दा दिहाड़ा है। 10वें पातशाह ने हजूर साहब की धरती ते 5 पैसे नारियल रख के बचन आख्या, सब सिखन को हुक्म है। ये महाराज का दिहाड़ा प्राप्त हो रहा है। कौम के महान जरनैल, महान शहीद धन धन बाबा दीप सिंह जी, तिन्हां दा जन्म दिहाड़ा भी अज आपां नूं प्राप्त हो रहा है। तिन्हां दा शहीदी दिहाड़ा भी आपां नूं प्राप्त हो रहा है। सो तिस दे संबंध विच विचार भी आपां सरवण करांगे। उस तो पहला धन बाबा जोरावर सिंह जी, धन बाबा फतेह सिंह जी, सो तिन्हां दा जिहड़ा इतिहास है आपां लड़ीवार कथा दे अंदर सरवण कर रहे हाँ। सो जिस दे विच आपां भजन सरवण कीते, बाबा जोरावर सिंह बाबा फतेह सिंह नूं ठंडे बुरज विच कैद कीता है। ਅਤੇ ਵਾਰ-ਵਾਰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ੀਆਂ ਹੁੰਦੀਆਂ। ਕਦੇ ਲਾਲਚ ਦਿੱਤਾ ਜਾਂਦਾ ਹੈ, ਕਦੇ ਡਰਾਵਾ ਦਿੱਤਾ ਜਾਂਦਾ ਹੈ। ਸਾਹਿਬਜ਼ਾਦੇ ਜਦੋਂ ਧਰਮ ਦੇ ਉੱਪਰ ਅਟਲ ਰਹੇ ਨੇ, ਨਹੀਂ ਡੋਲੇ ਧਰਮ ਤੋਂ, ਚੜ੍ਹਦੀ ਕਲਾ ਵਾਲੇ ਬਚਨ ਜਿਸ ਵੇਲੇ ਆਖੇ, ਫਿਰ ਉਸ ਵੇਲੇ ਵਜ਼ੀਰ ਖਾਨ ਦੇ ਵੱਲੋਂ ਸਜ਼ਾ ਹੋਈ ਹੈ। ਕਦੇ ਖਮਚੀ ਦੇ ਨਾਲ ਮਾਰਿਆ ਜਾਂਦਾ ਹੈ, ਜਿਹਨੂੰ ਆਪਾਂ ਤੂਤ ਦੀ ਛਟੀ ਵੀ ਕਹਿ ਸਕਦੇ ਹਾਂ, ਜਾਂ ਚਾਬੁਕ ਦੇ ਨਾਲ ਕਹਿੰਦੇ ਮਾਰਿਆ ਗਿਆ। ਉਸ ਤੋਂ ਉਪਰੰਤ ਫਿਰ ਪੱਥਰ ਮਾਰੇ ਗਏ, ਗੁਲੇਲੇ ਮਾਰੇ ਗਏ, ਗੁਲੇਲਿਆਂ ਦੇ ਨਾਲ ਮਾਰਿਆ ਗਿਆ ਹੈ। ਸਜ਼ਾ ਦਿੱਤੀ ਗਈ ਹੈ। ਉਂਗਲਾਂ ਦੇ ਵਿੱਚ ਪਲੀਤੇ ਲਾ ਕੇ, ਉਹਨਾਂ ਪਲੀਤਿਆਂ ਨੂੰ ਅੱਗ ਲਾ ਕੇ ਹੱਥ ਸਾੜੇ ਗਏ, ਉਂਗਲਾਂ ਸਾੜੀਆਂ ਗਈਆਂ। ਇਹ ਸਾਰੀ ਜਿਹੜੀ ਸਜ਼ਾ ਹੈ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਵੱਲੋਂ ਡਰਾਉਣ ਵਾਸਤੇ ਤੇ ਆਪਣੀ ਈਨ ਮਨਾਉਣ ਵਾਸਤੇ ਇਹ ਸਾਰੀਆਂ ਸਜ਼ਾਵਾਂ ਦਿੱਤੀਆਂ ਗਈਆਂ।
ਸਾਹਿਬਜ਼ਾਦਿਆਂ ਨੂੰ ਅਖੀਰ ਤੇ ਜਦੋਂ ਨਹੀਂ ਬਚਨ ਮੰਨਿਆ ਹੈ ਤੇ ਫਿਰ ਨੀਹਾਂ ਵਿੱਚ ਉਸ ਵੇਲੇ ਚਿਣਿਆ ਗਿਆ ਹੈ। ਨੀਹਾਂ ਵਿੱਚ ਚਿਣ ਵੇਲੇ ਜਦੋਂ ਕੰਧ ਮੋਢਿਆਂ ਤੱਕ ਪਹੁੰਚੀ ਹੈ ਤੇ ਦੋਨਾਂ ਜਾਣਿਆਂ ਦੇ ਸਾਹ ਘੁੱਟਣ ਦੇ ਨਾਲ ਦੋਨੇ ਜਾਣੇ ਧਰਤੀ ਦੇ ਉੱਪਰ ਡਿੱਗ ਪਏ ਬੇਹੋਸ਼ੀ ਦੀ ਹਾਲਤ ਵਿੱਚ। ਬਾਅਦ ਵਿੱਚ ਸੁਰਤ ਵਿੱਚ ਲਿਆਂਦਾ ਗਿਆ ਹੈ। ਫਿਰ ਪੁੱਛਿਆ ਗਿਆ ਸ਼ਾਸਨ ਬੇਗ ਬਾਸ਼ਲ ਬੇਗ ਵੱਲੋਂ, ਆਪ ਇਸਲਾਮ ਨੂੰ ਕਬੂਲ ਕਰ ਲਵੋ, ਅਜੇ ਵੀ ਜ਼ਿੰਦਗੀ ਬਚ ਸਕਦੀ ਹੈ। ਜਦੋਂ ਫਿਰ ਵੀ ਧਰਮ ਦੇ ਉੱਪਰ ਦ੍ਰਿੜ ਰਹੇ ਤੇ ਉਸ ਵੇਲੇ ਗੁਰਮੁਖੋ ਫਿਰ ਇਹਨਾਂ ਨੇ ਸਾਹਿਬਜ਼ਾਦਿਆਂ ਦੇ ਜਿਹੜੇ ਸੀਸ ਨੇ ਉਹ ਛੁਰੀ ਦੇ ਨਾਲ ਜਾਂ ਕਹਿ ਲਈਏ ਤਲਵਾਰ ਦੇ ਨਾਲ ਕੱਟੇ ਗਏ। ਬਾਬਾ ਜੋਰਾਵਰ ਸਿੰਘ ਜੀ ਦਾ ਸੀਸ ਕੱਟਿਆ ਗਿਆ ਹੈ। ਥੋੜੇ ਮਿੰਟਾਂ ਦੇ ਵਿੱਚ ਹੀ ਸ਼ਹਾਦਤ ਨੂੰ ਪ੍ਰਾਪਤ ਕਰ ਗਏ। ਬਾਬਾ ਫਤਿਹ ਸਿੰਘ ਜੀ 7.5 ਮਿੰਟ ਦਾ ਸਮਾਂ, ਕਈਆਂ ਨੇ 10 ਮਿੰਟ ਦਾ ਵੀ ਸਮਾਂ ਲਿਖਿਆ ਹੈ। ਸੀਸ ਕੱਟਣ ਤੋਂ ਬਾਅਦ ਵਿੱਚ, ਸਾਰਾ ਕੱਟਣ ਤੋਂ ਬਾਅਦ ਵਿੱਚ ਇਸ ਤਰ੍ਹਾਂ ਆਪਣੇ ਚਰਨ ਹਿਲਾਉਂਦੇ ਰਹੇ। ਇਸ ਤਰ੍ਹਾਂ ਇਹ ਜਿਹੜਾ ਸ਼ਹਾਦਤ ਦਾ ਪ੍ਰਸੰਗ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ। ਅੱਗੇ ਜਿਵੇਂ ਇਤਿਹਾਸ ਮਹਾਰਾਜ ਕਿਰਪਾ ਕਰਦੇ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਹਾਕਾਰ ਜਹਾਂ ਕਹਿ ਭਇਓ, ਜਿੱਥੇ ਕਿਥੇ ਹਾਹਾਕਾਰ ਮਚ ਗਿਆ, ਰੌਲਾ ਪੈ ਗਿਆ ਪੂਰੀ ਸਰਹੰਦ ਦੇ ਅੰਦਰ। ਇਹ ਕੀ ਹੋਇਆ ਹੈ? ਜਿੱਥੇ ਕਿਤੇ ਹਾਹਾਕਾਰ ਮਚ ਗਈ ਹੈ। ਸਾਰੇ ਜਾਣੇ ਇਹ ਕਹਿੰਦੇ ਪਏ ਇੰਨਾ ਵੱਡਾ ਪਾਪ ਕਿਉਂ ਕੀਤਾ ਹੈ। ਇਸ ਤਰ੍ਹਾਂ ਹਾਹਾਕਾਰ ਹੁੰਦੀ ਪਈ ਹੈ। ਜੈ ਜੈ ਸ਼ਬਦ ਸੁਰਨ ਮੈਂ ਥਿਓ। ਸੋ ਉਸ ਵੇਲੇ ਕਹਿਣ ਲੱਗੇ ਕਿ ਜਿਹੜੇ ਦੇਵਤੇ ਨੇ ਉਹ ਆਖਦੇ ਜੈ ਹੋਵੇ, ਜੈ ਹੋਵੇ। ਜੈ ਜੈਕਾਰ ਦਾ ਸ਼ਬਦ ਉਸ ਵੇਲੇ ਕਹਿੰਦੇ ਪਏ। ਦੇਵਤਿਆਂ ਦੇ ਵੱਲੋਂ ਇਹ ਜੈ ਜੈਕਾਰ ਦਾ ਸ਼ਬਦ ਹੋਇਆ। ਛੋਟੀ ਉਮਰ ਦੇ ਵਿੱਚ ਵੱਡਾ ਸਾਕਾ ਵਰਤਾਇਆ। ਇਸ ਤਰ੍ਹਾਂ ਜੈ ਜੈਕਾਰ ਕਹਿ ਰਹੇ ਹਨ। ਧੰਨ ਗੁਰੂ ਸੁਤ ਧੀਰਜ ਧਾਰੀ। ਆਖਦੇ ਕਹਿੰਦੇ ਧੰਨ ਨੇ ਗੁਰੂ ਪਾਤਸ਼ਾਹ ਭਾਈ, ਜਿਨ੍ਹਾਂ ਦੀ ਇੰਨੀ ਧੀਰਜ ਹੈ। ਡਲਾਉਣ ਵਾਸਤੇ ਕਿੰਨੇ ਯਤਨ ਕੀਤੇ ਗਏ। ਪਹਿਲਾਂ ਮਾਇਆ ਦਾ ਲਾਲਚ ਦਿੱਤਾ ਗਿਆ, ਫਿਰ ਰੁਤਬੇ ਦਿੱਤੇ ਗਏ, ਫਿਰ ਜਗੀਰਾਂ ਦਾ ਲਾਲਚ ਦਿੱਤਾ ਹੈ। ਇੱਥੋਂ ਤੱਕ ਕਿ ਵਜ਼ੀਰ ਖਾਨ ਕਹਿੰਦਾ ਮੈਂ ਆਪਣਾ ਤੁਹਾਨੂੰ ਜਵਾਈ ਬਣਾਉਣ ਵਾਸਤੇ ਤਿਆਰ ਆ, ਆਪਣੀ ਲੜਕੀ ਦਾ ਰਿਸ਼ਤਾ ਵੀ ਕਰਦਾ। ਔਰੰਗਜ਼ੇਬ ਦੇ ਕੋਲ ਵਿਸ਼ੇਸ਼ ਪਦਵੀ ਦੇ ਕੇ ਉੱਥੇ ਤੁਹਾਨੂੰ ਰੱਖਿਆ ਜਾਵੇਗਾ। ਇਹ ਸਾਰੇ ਲਾਲਚ ਪਹਿਲਾਂ ਦਿੱਤੇ ਗਏ। ਨਹੀਂ, ਲਾਲਚ ਵਿੱਚ ਨਹੀਂ ਆਏ। ਫਿਰ ਉਸ ਵੇਲੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਕਦੇ ਕੋੜੇ ਮਾਰੇ ਜਾ ਰਹੇ ਨੇ, ਕਦੇ ਉਸ ਵੇਲੇ ਇਹਨਾਂ ਦੇ ਉੱਪਰ ਪੱਥਰ ਗੁਲੇਲੇ ਮਾਰੇ ਜਾ ਰਹੇ। ਸੋ ਇਸੇ ਤਰ੍ਹਾਂ ਕਦੇ ਉਂਗਲਾਂ ਵਿੱਚ ਪਲੀਤੇ ਲਾ ਕੇ ਉਸ ਵੇਲੇ ਉਹਨਾਂ ਪਲੀਤਿਆਂ ਨੂੰ ਅੱਗ ਲਾ ਕੇ ਇਸ ਤਰ੍ਹਾਂ ਦੁੱਖ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਕਸ਼ਟ ਵੀ ਦਿੱਤੇ ਗਏ, ਸਜ਼ਾਵਾਂ ਦਿੱਤੀਆਂ ਜਾ ਰਹੀਆਂ। ਪਰ ਕਹਿਣ ਲੱਗੇ ਵੀ ਉਹ ਸਾਰੀਆਂ ਸਜ਼ਾਵਾਂ ਆਪਣੇ ਸਰੀਰ ਦੇ ਉੱਪਰ ਲੈ ਲਈਆਂ, ਪਰ ਧਰਮ ਨੂੰ ਨਹੀਂ ਛੱਡਿਆ। ਸੋ ਦੇਵਤੇ ਵੀ ਇਹ ਗੱਲ ਕਹਿੰਦੇ ਗੁਰੂ ਪਾਤਸ਼ਾਹ ਭਾਈ ਧੰਨ ਨੇ, ਔਰ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਧੰਨ ਹਨ, ਜਿਨ੍ਹਾਂ ਨੇ ਆਪਣੀ ਕੁਰਬਾਨੀ ਤੇ ਕੀਤੀ ਹੈ, ਪਰ ਧਰਮ ਦੇ ਉੱਪਰ ਪੂਰੇ ਦ੍ਰਿੜ ਹੋ ਕੇ ਰਹੇ ਹਨ। ਧਰਮ ਹੇਤ ਸਿਰ ਦਿਓ ਉਤਾਰੀ। ਕਹਿਣ ਲੱਗੇ ਵੀ ਧਰਮ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਸਿਰ ਦਿੱਤਾ ਹੈ, ਸਿਰ ਦੇ ਦਿੱਤਾ ਹੈ, ਧਰਮ ਦੇ ਵਾਸਤੇ ਅਸੀਂ ਕੁਰਬਾਨੀ ਕੀਤੀ ਹੈ, ਪਰ ਆਪਣੇ ਧਰਮ ਨੂੰ ਨਹੀਂ ਛੱਡਿਆ ਹੈ। ਸੋ ਕਹਿੰਦੇ ਐਸੇ ਇਹ ਵੱਡੇ ਮਹਾਂਪੁਰਖ ਹਨ। ਅਲਪ ਆਰਬਲ ਪਕਰੇ ਹੋਏ। ਸੋ ਛੋਟੀ ਉਮਰਾਂ ਦੇ ਵਿੱਚ ਇਹਨਾਂ ਨੂੰ ਫੜਿਆ ਗਿਆ। 7 ਸਾਲ ਤੇ 9 ਸਾਲ ਦਾ ਸਮਾਂ ਲਿਖਿਆ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਪਕੜ ਕੇ ਜਿਹੜਾ ਹੈ, ਇਸੇ ਤਰ੍ਹਾਂ ਗੰਗੂ ਬ੍ਰਾਹਮਣ ਹੈ, ਉਸ ਦਾ ਪਿੰਡ ਸਹੇੜੀ ਹੈ, ਉਸ ਨਗਰ ਦੇ ਵਿੱਚੋਂ ਉਸ ਦੀ CID ਕਾਰਨ ਇਹਨਾਂ ਨੂੰ ਫੜਿਆ ਗਿਆ। ਫਿਰ ਇਹਨਾਂ ਨੂੰ ਮਰਿੰਡੇ ਜੇਲ੍ਹ ਦੇ ਵਿੱਚ ਲਿਆਂਦਾ ਗਿਆ, ਕਾਲ ਕੋਠੜੀ ਦੇ ਵਿੱਚ ਕੋਤਵਾਲੀ ਵਿੱਚ ਰੱਖਿਆ ਗਿਆ ਹੈ। ਇੱਥੋਂ ਫਿਰ ਪਕੜ ਕੇ ਸਰਹੰਦ ਵਿੱਚ ਪਹੁੰਚਾਇਆ ਗਿਆ। ਸਾਰਾ ਇਤਿਹਾਸ ਆਪਾਂ ਸਰਵਣ ਕਰ ਆਏ ਹਾਂ। ਕਹਿਣ ਲੱਗੇ ਵੀ ਛੋਟੀ ਉਮਰਾਂ ਦੇ ਵਿੱਚ ਇਹਨਾਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦ੍ਰਿੜਤਾ ਅਪਰ ਕਰੈਮ ਕੋਏ। ਪਰ ਕਹਿਣ ਲੱਗੇ ਇੰਨੀ ਛੋਟੀ ਉਮਰਾਂ ਦੇ ਵਿੱਚ ਇੰਨਾ ਵੱਡਾ ਸਾਕਾ। ਕੱਲ ਵੀ ਆਪਾਂ ਇਹ ਬਚਨ ਸਰਵਣ ਕਰ ਰਹੇ ਸੀ ਕਿ ਆਪ ਪੂਰੀ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ। ਕਿਸੇ ਵੀ ਇਤਿਹਾਸ ਦੇ ਵਿੱਚ, ਕਿਸੇ ਵੀ ਧਰਮ ਦੇ ਅੰਦਰ, ਕਿਸੇ ਵੀ ਪੈਗੰਬਰ ਦਾ ਇਤਿਹਾਸ ਪੜ੍ਹ ਲਈਏ, ਅਵਤਾਰ ਦਾ ਇਤਿਹਾਸ ਪੜ੍ਹੀਏ, ਕਿਤੇ ਵੀ ਇਹ ਬਚਨ ਨਹੀਂ ਮਿਲੇਗਾ ਇੰਨੀ ਛੋਟੀ ਉਮਰਾਂ ਦੇ ਵਿੱਚ ਇੰਨਾ ਸਾਕਾ ਕਿਸੇ ਨੇ ਵੱਡਾ ਨਹੀਂ ਵਰਤਾਇਆ ਹੈ।
ਕਹਿਣ ਲੱਗੇ ਭਾਈ ਸੋ ਇਸ ਤਰ੍ਹਾਂ ਇਹਨਾਂ ਦੀ ਦ੍ਰਿੜਤਾ ਹੈ, ਦ੍ਰਿੜ ਰਹਿ ਧਰਮ ਦੇ ਉੱਪਰ ਪੱਕੇ ਰਹਿ, ਕੁਰਬਾਨੀ ਕਰਦਾ ਧਰਮ ਨੂੰ ਨਹੀਂ ਛੱਡਿਆ ਹੈ। ਤੁਰਕਨ ਜਰਾਂ ਬਿਨਾਸੀ ਤੇ ਕਰਕੇ ਮੁਗਲਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਸ ਵੇਲੇ ਪੱਟ ਦਿੱਤੀਆਂ, ਮੁਗਲਾਂ ਦੀਆਂ ਜੜ੍ਹਾਂ ਪੱਟ ਕੇ ਇਸ ਵੇਲੇ ਰਾਜ ਭਾਗ ਖਤਮ ਹੋ ਗਿਆ। ਕੱਲ ਆਪਾਂ ਇਤਿਹਾਸ ਦੇ ਵਿੱਚ ਬਚਨ ਸਰਵਣ ਕੀਤੇ ਸਨ, ਜਿਹੜਾ ਅਖੀਰਲਾ ਬਾਦਸ਼ਾਹ ਹੈ ਮੁਗਲਾਂ ਦਾ, ਰੰਗੂਨ ਦੇ ਵਿੱਚ ਜਾ ਕੇ ਮਰਿਆ ਅਤੇ ਇਸ ਦੇ ਪਰਿਵਾਰ ਦੇ ਪੁੱਤਰ ਨੋਵਾਂ ਜਿਹੜੇ ਸਨ ਝੌਂਪੜੀਆਂ ਵਿੱਚ ਰਹਿ ਕੇ ਤੇ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦਿਆਂ ਮਰ ਗਏ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਪਾਪ ਕਮਾਇਆ। ਜਿਹੜਾ ਰਾਜ ਭਾਗ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਆ ਬਾਬਰ ਬਾਦਸ਼ਾਹ ਨੂੰ, ਉਹ ਇਹਨਾਂ ਨੇ ਇਹੋ ਜਿਹੇ ਪਾਪ ਕਰਕੇ ਆਪਣੇ ਰਾਜ ਭਾਗ ਦੀਆਂ ਜੜ੍ਹਾਂ ਹੀ ਨਾਸ ਕਰ ਲਈਆਂ। ਐਸਾ ਪਾਪ ਕਮਾਇਆ ਹੈ। ਗਏ ਗੁਰੂਪੁਰ ਆਨੰਦ ਧਰ ਤੇ ਕੇ ਇਸ ਤਰ੍ਹਾਂ ਸ਼ਹਾਦਤ ਪ੍ਰਾਪਤ ਕਰਕੇ ਫਿਰ ਗੁਰਪੁਰੀ ਨੂੰ ਚਲੇ ਗਏ, ਸੱਚਖੰਡ ਨੂੰ ਚਲੇ ਗਏ। ਸੋ ਇਸ ਤਰ੍ਹਾਂ ਦਾ ਇਹਨਾਂ ਨੇ ਸਾਕਾ ਵਰਤਾਇਆ ਹੈ। ਗੁਰਪੁਰੀ ਕਿਹੜੀ ਹੈ? ਜਿੱਥੋਂ ਮਹਾਰਾਜ ਸਾਹਿਬ ਜੀ ਅਵਤਾਰ ਲੈਂਦੇ ਨੇ, ਜਿਸ ਨੂੰ ਆਪਾਂ ਕਹਿ ਦਿੰਦੇ ਆ ਸੱਚਖੰਡ ਵਸੈ, ਨਿਰੰਕਾਰ ਉਹ ਗੁਰਪੁਰੀ ਹੈ ਨਾ, ਗੁਰੂ ਦਾ ਦੇਸ਼। ਕਹਿਣ ਲੱਗੇ ਵੀ ਸਰੀਰ ਛੱਡ ਕੇ ਮਹਾਂਪੁਰਖ ਉੱਥੇ ਪਹੁੰਚੇ ਹਨ। ਕਰੇ ਕਲੰਕ ਤ੍ਰਿਪ ਕੁਲ ਸਾਰੇ ਅਤੇ ਜਿਹੜੇ ਦੁਸ਼ਮਣ ਨੇ ਸਾਰਿਆਂ ਨੂੰ ਕਲੰਕ ਲੱਗਾ, ਕਲੰਕ ਲਾ ਕੇ ਗਏ ਸਾਰਿਆਂ ਨੂੰ। ਦੁਨੀਆ ਦੇ ਲੋਕ ਉਦੋਂ ਤੋਂ ਲੈ ਕੇ ਅੱਜ ਤੱਕ ਹੀ ਇਹਨਾਂ ਨੂੰ ਗਾਲਾਂ ਹੀ ਦਿੰਦੇ, ਮਾੜਾ ਹੀ ਕਹਿੰਦੇ, ਚੰਗਾ ਕੋਈ ਨਹੀਂ ਕਹਿੰਦਾ ਹੈ। ਇਸ ਤਰ੍ਹਾਂ ਸਾਰੀ ਕੁੱਲ ਨੂੰ ਕਲੰਕਿਤ ਕੀਤਾ ਇਹਨਾਂ ਮੁਗਲਾਂ ਦੇ ਨੂੰ। ਜਾਂ ਆਪਾਂ ਕਹਿ ਲਈਏ ਸੁਚਿਆਨੰਦ ਵਰਗੇ, ਗੰਗੂ ਬ੍ਰਾਹਮਣ ਵਰਗੇ, ਆਪਣੀ ਕੁੱਲ ਨੂੰ ਵਜ਼ੀਰ ਖਾਨ ਵਰਗੇ, ਆਪਣੀ ਕੁੱਲ ਨੂੰ ਸ਼ਾਸਨ ਬੇਗ, ਬਾਸ਼ਨ ਬੇਗ ਵਰਗੇ ਜਿਹੜੇ ਜਲਾਦ ਨੇ, ਸਾਰੇ ਆਪਣੇ ਕੁੱਲਾਂ ਨੂੰ ਇਹਨਾਂ ਨੇ ਕਲੰਕਿਤ ਕਰ ਲਿਆ ਹੈ। ਰਾਜ ਤੇਜ ਕੋ ਸ਼ੀਨਸ ਸਾਰੇ ਅਤੇ ਰਾਜ ਪ੍ਰਤਾਪ ਦਾ ਜਿਹੜਾ ਤੇਜ ਪ੍ਰਤਾਪ ਸੀ ਰਾਜ ਭਾਗ ਦਾ, ਉਹ ਵੀ ਇਹਨਾਂ ਦਾ ਖੁੱਸ ਗਿਆ ਹੈ। ਰਾਜ ਭਾਗ ਦਾ ਜਿਹੜਾ ਤੇਜ ਪ੍ਰਤਾਪ ਸੀ ਨਾ, ਕਿੱਥੇ ਬੈਠੇ ਹੁਕਮ ਚਲਾਉਂਦੇ। ਤੇ ਹਿੰਦੂਆਂ ਨੂੰ ਹੁਕਮ ਇਹ ਹੈ, ਜੇ ਤੁਸੀਂ ਕਚਹਿਰੀ ਵਿੱਚ ਫਰਿਆਦ ਲੈ ਕੇ ਆਉਣਾ ਤੇ ਮੂੰਹ ਦੇ ਵਿੱਚ ਘਾਹ ਦਾ ਡੱਕਾ ਪਾ ਕੇ ਆਉਣਾ ਹੈ, ਗੂੰਗੇ ਬਣ ਕੇ ਆਉਣਾ, ਸਾਡੇ ਸਾਹਮਣੇ ਬੋਲਣਾ ਨਹੀਂ ਹੈ। ਜੇ ਕੋਈ ਮੁਗਲ ਪਾਨ ਖਾਂਦਾ ਪਿਆ ਹੈ ਤੇ ਪਾਨ ਥੁੱਕਣਾ ਹੈ ਤੇ ਉਹ ਵੀ ਉਹ ਗਰੀਬ ਦੇ ਮੂੰਹ ਵਿੱਚ ਥੁੱਕ ਸੁੱਟਦਾ ਵੀ ਜਾ ਕੇ ਉਸ ਨੂੰ ਬਾਹਰ ਸੁੱਟ ਕੇ ਆਓ। ਇਸ ਤਰ੍ਹਾਂ ਦਾ ਵੱਡਾ ਰਾਜ ਭਾਗ ਤੇ ਇਸ ਤਰ੍ਹਾਂ ਦੇ ਕਰਮ ਕੀਤੇ ਗਏ। ਪਰ ਉਹ ਸਾਰਾ ਰਾਜ ਭਾਗ ਇਹੋ ਜਿਹਾ ਪਾਪ ਕਰਨ ਦੇ ਨਾਲ ਨਸ਼ਟ ਹੋ ਜਾਣਾ ਹੈ। ਇਸ ਸ਼ੈਨ ਤੁਰਕ ਹਿੰਦੂ ਤਹਿ ਝਾਰੀ ਗੁਰਮੁਖੋ ਉਸ ਵੇਲੇ ਵਜ਼ੀਰ ਖਾਨ ਦੀ ਸਭਾ ਦੇ ਵਿੱਚ ਨਾ ਇਕੱਲੇ ਮੁਸਲਮਾਨ ਹੀ ਨਹੀਂ ਬੈਠੇ ਹੋਏ, ਸਭਾ ਦੇ ਵਿੱਚ ਕਚਹਿਰੀ ਦੇ ਵਿੱਚ ਹਿੰਦੂ ਵੀ ਬੈਠੇ ਹੋਏ। ਢੰਡੋਰਾ ਪਿੱਟ ਕੇ, ਢੋਲ ਵਜਾ ਕੇ ਉਸ ਵੇਲੇ ਚੌਂਕੀਦਾਰਾਂ ਨੂੰ ਕਹਿ ਕੇ ਪੂਰੀ ਸਰਹੰਦ ਨੂੰ ਇਕੱਠਾ ਕੀਤਾ ਗਿਆ। ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ ਫਤਿਹਗੜ੍ਹ ਸਾਹਿਬ, ਇਹ ਬਾਰ-ਬਾਰ ਲਿਆ ਕੇ ਸਰਹੰਦ ਤੋਂ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ ਗਿਆ। ਵੇਖੋ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਇਸ ਤਰ੍ਹਾਂ ਕਰਨੀਆਂ ਸਜ਼ਾ ਦੇ ਕੇ ਮਾਰਨ ਲੱਗੇ ਹਾਂ। ਤੇ ਉਸ ਵੇਲੇ ਸ਼ਹਿਰ ਦੇ ਸਾਰੇ ਲੋਕ ਇੱਥੇ ਆ ਕੇ ਇਕੱਠੇ ਹੋ ਗਏ। ਉਹਦੇ ਵਿੱਚੋਂ ਜਿਹੜੇ ਰਹਿਮਦਿਲ ਨੇ, ਜਿਹੜੇ ਚੰਗੇ ਨੇ, ਜਿਹੜੇ ਇਨਸਾਨੀਅਤ ਦੀ ਕਦਰ ਕਰਦੇ, ਜਿਹੜੇ ਧਰਮ ਦੀ ਸੋਝੀ ਰੱਖਦੇ, ਭਾਵੇਂ ਉਹ ਹਿੰਦੂ ਹੋਣ ਭਾਵੇਂ ਉਹ ਮੁਸਲਮਾਨ ਹੋਣ, ਉਹ ਸਾਰੇ ਹੀ ਮਿਲ ਕੇ ਇਹ ਗੱਲ ਕਹਿੰਦੇ ਹਨ। ਖੱਤਰੀ ਕੋ ਬਹੁ ਦੇਵਤ ਗਾਰੀ ਉਹ ਬੜੀਆਂ ਗਾਲਾਂ ਦਿੰਦੇ ਪਿਆ ਗੰਗੂ ਬ੍ਰਾਹਮਣ ਨੂੰ। ਕਹਿਣ ਲੱਗੇ ਗੰਗੂਆ ਬੜਾ ਵੱਡਾ ਪਾਪ ਕਰਵਾਇਆ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਕੇ। ਜਿਹੜੇ ਮੁਸਲਮਾਨ ਨੇ ਉਹ ਵੀ ਇਹਨੂੰ ਬਦਦੁਆਵਾਂ ਦਿੰਦੇ ਪਏ ਗੰਗੂ ਬ੍ਰਾਹਮਣ ਨੂੰ, ਸੁਚਿਆਨੰਦ ਨੂੰ ਬਦਦੁਆਵਾਂ ਦਿੰਦੇ ਪਏ, ਤੁਸੀਂ ਪਾਪ ਕਮਾਇਆ, ਧਰੋਹ ਕਮਾਇਆ। ਐਸੇ ਤਰ੍ਹਾਂ ਜਿਹੜੇ ਮੁਸਲਮਾਨ ਨੇ ਉਹ ਵੀ ਬਹੁਤ ਜ਼ਿਆਦੀਆਂ ਬਦਦੁਆਵਾਂ ਦਿੰਦੇ ਪਏ ਇਹ ਸੁਚਿਆਨੰਦ ਨੂੰ, ਗੰਗੂ ਬ੍ਰਾਹਮਣ ਨੂੰ। ਬੜੇ ਅਪਮਾਨਕ ਜਨਕ ਜਿਹੜੇ ਬਚਨ ਨੇ ਉਹ ਕਹਿੰਦੇ ਪਏ ਵੀ ਤੁਹਾਡਾ ਇਹ ਕੱਖ ਨਹੀਂ ਰਹਿਣਾ, ਤੁਹਾਡਾ ਰਾਜ ਭਾਗ, ਤੁਹਾਡੀ ਕੁੱਲ, ਤੁਹਾਡਾ ਖਾਨਦਾਨ ਨਸ਼ਟ ਹੋ ਜਾਣਾ, ਖਤਮ ਹੋ ਜਾਣਾ ਹੈ। ਇਸ ਤਰ੍ਹਾਂ ਜਿਹੜੇ ਰਹਿਮਦਿਲ ਲੋਕ ਨੇ, ਸੱਚ ਤੇ ਝੂਠ ਦੀ ਪਰਖ ਕਰਨ ਵਾਲੇ, ਧਰਮ ਦੀ ਸੋਝੀ ਰੱਖਣ ਵਾਲੇ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ, ਸਾਰੇ ਹੀ ਸੁਚਿਆਨੰਦ ਅਤੇ ਗੰਗੂ ਬ੍ਰਾਹਮਣ ਨੂੰ ਉਸ ਵੇਲੇ ਬਦਸੀਸਾਂ ਦਿੰਦੇ ਹਨ। ਇਹ ਦੋਖੀ ਹੈ ਬੜੋ ਚੰਡਾਲਾ ਕਹਿਣ ਲੱਗੇ ਬੜਾ ਵੱਡਾ ਦੁਖੀ ਹੈ ਭਾਈ ਆ ਸੁਚਿਆਨੰਦ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਿਸ਼ਤਾ ਨਹੀਂ ਪ੍ਰਵਾਨ ਕੀਤਾ ਤੇ ਤਾਂ ਕੀ ਹੋਇਆ? ਇਹ ਤੇ ਦੁਨੀਆਦਾਰੀ ਵਿੱਚ ਲਈ ਆਉਂਦਾ ਨਾ, ਰਿਸ਼ਤਾ ਆਪਾਂ ਉੱਥੇ ਹੀ ਕਰਦੇ ਜਿੱਥੇ ਮਨਜ਼ੂਰ ਹੁੰਦਾ। ਜਿੱਥੇ ਨਹੀਂ ਮਨਜ਼ੂਰ ਹੁੰਦਾ ਉੱਥੇ ਰਿਸ਼ਤੇਦਾਰੀ ਨਹੀਂ ਬਣਦੀ ਹੈ ਤੇ ਉਹਦਾ ਵੈਰ ਨਹੀਂ ਕਰਨਾ ਚਾਹੀਦਾ ਹੈ। ਇਹਨੇ ਜਾਣ ਬੁੱਝ ਕੇ ਵੈਰ ਕੱਢਿਆ ਸੁਚਿਆਨੰਦ ਨੇ। ਆ ਵੇਖੋ ਗੰਗੂ ਬ੍ਰਾਹਮਣ ਹੈ, ਮਾਇਆ ਦੀ ਲਾਲਚ ਵਿੱਚ ਆ ਕੇ ਵੇਖੋ ਇਸਨੇ ਸਾਹਿਬਜ਼ਾਦੇ ਫੜਾਏ, ਇਹਨੇ ਵੀ ਵੈਰ ਕੱਢਿਆ। ਸੋ ਇਸ ਤਰ੍ਹਾਂ ਸਾਰੇ ਉਸ ਵੇਲੇ ਕਹਿੰਦੇ ਇਹ ਚੰਡਾਲ ਹਨ ਭਾਈ, ਬੜੇ ਭਾਰੀ, ਇਹ ਪਾਪ ਕਰਨ ਵਾਲੇ ਵਿਅਕਤੀ ਹਨ। ਦੇਖੇ ਬਾਲਕ ਕਹਿਓ ਕਰਾਲਾ। ਉਸ ਵੇਲੇ ਇਹ ਜਿਹੜੇ ਬਾਲਕ ਨੇ ਇਹਨਾਂ ਨੇ ਜਿਹੜੇ ਬਚਨ ਕਹੇ ਨੇ ਪੂਰੇ ਹੋਣਗੇ। ਕੁਝ ਸਿਆਣੇ ਲੋਕ ਆਖਦੇ ਪਏ ਸਾਹਿਬਜ਼ਾਦਿਆਂ ਦੇ ਮੁਖੋਂ ਬਚਨ ਨਿਕਲ ਗਿਆ ਨਾ, ਵਜ਼ੀਰ ਖਾਨ ਤੇਰੇ ਰਾਜ ਦੀਆਂ
ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ, ਰਵੇਗਾ ਨਹੀਂ ਇਹ ਰਾਜ ਭਾਗ। ਉਸ ਵੇਲੇ ਸਿਆਣੇ ਲੋਕ ਕਹਿੰਦੇ ਪਏ, ਕਹਿੰਦੇ ਸਾਹਿਬਜ਼ਾਦਿਆਂ ਦੇ ਬਚਨ ਪੂਰੇ ਹੋਣੇ, ਇਹ ਬਚਨ ਟਲਣੇ ਨਹੀਂ। ਇਸੇ ਤਰ੍ਹਾਂ ਹੀ ਹੋਵੇਗਾ ਜੇ ਇਹਨਾਂ ਨੇ ਐਸਾ ਪਾਪ ਕਮਾਇਆ ਹੈ। ਸਿੱਖ ਸੰਗਤ ਕਰ ਹਾਹਾਕਾਰ, ਜਿਹੜੇ ਉੱਥੇ ਕੁਝ ਗੁਰੂ ਕੇ ਸਿੱਖ ਵੀ ਨੇ ਉਹ ਵੀ ਸਾਰੇ ਹਾਹਾਕਾਰ ਹੀ ਕਰਦੇ ਪਏ, ਬੜਾ ਪਾਪ ਹੋਇਆ ਹੈ, ਬੜਾ ਪਾਪ ਹੋਇਆ ਹੈ। ਨਹੀਂ ਇਸ ਤਰ੍ਹਾਂ ਦਾ ਪਾਪ ਹੋਣਾ ਚਾਹੀਦਾ ਸੀ। ਹਾਹਾਕਾਰ ਉਸ ਵੇਲੇ ਮਚ ਗਈ ਹੈ। ਇਸ ਤਰ੍ਹਾਂ ਸਾਰੇ ਜਾਣੇ ਇਸ ਨੂੰ ਦੋਸ਼ ਦਿੰਦੇ ਹਨ। ਜਾਨੀ ਤੁਰਕਨ ਜਰਾਂ ਉਪਾਰੇ, ਤੇ ਕੁਝ ਲੋਕ ਇਹ ਵੀ ਜਾਣਦੇ ਨੇ ਵੀ ਹੁਣ ਮੁਗਲ ਰਾਜ ਦੀਆਂ ਜੜ੍ਹਾਂ ਨਹੀਂ ਰਹਿਣਗੀਆਂ। ਜਿਹੜੇ ਬਚਨ ਕੀਤੇ ਨਾ ਸਾਹਿਬਜ਼ਾਦਿਆਂ ਨੇ, ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ ਨੂੰ ਅੱਗ ਲੱਗ ਚੁੱਕੀ ਹੈ, ਸਾਡੀ ਸ਼ਹਾਦਤ ਤੇ ਮੰਨ ਲਓ ਹਨੇਰੀ ਚੱਲ ਪੈਣੀ ਹੈ। ਇਹ ਜੜ੍ਹਾਂ ਜਿੱਥੇ 10 20 ਸਾਲ 50 ਸਾਲ ਬਾਅਦ ਸੜਨੀਆਂ, ਉੱਥੇ ਸਮਝ ਲਓ ਵੀ ਕੁਝ ਮਹੀਨਿਆਂ ਵਿੱਚ ਹੀ ਸੜ ਜਾਣੀਆਂ। ਐਸੇ ਬਚਨ ਉਸ ਵੇਲੇ ਆਖੇ। ਇਹ ਸਿਆਣੇ ਲੋਕ ਵਿਚਾਰਦੇ ਪਏ, ਕਹਿਣ ਲੱਗੇ ਭਾਈ ਸਾਹਿਬਜ਼ਾਦਿਆਂ ਦੇ ਜਿਹੜੇ ਬਚਨ ਕਹੇ ਨੇ ਇਹ ਵਾਕਿਆ ਹੀ ਪੂਰੇ ਹੋਣੇ ਨੇ। ਇਸ ਤਰ੍ਹਾਂ ਆਖਦੇ ਹਨ। ਇੱਕ ਸਿੱਖ ਟੋਡਰ ਮੱਲ ਬਹੁਤ ਧਨੀ, ਗੁਰਮੁਖੋ ਇਸ ਨਗਰ ਦੇ ਵਿੱਚ ਇੱਕ ਟੋਡਰ ਮੱਲ ਨਾਮ ਦਾ ਵਿਅਕਤੀ ਰਹਿੰਦਾ ਹੈ। ਜਾਤ ਦਾ ਧਰਮ ਦਾ ਇਹ ਵੀ ਖੱਤਰੀ ਹੈ। ਸਾਰੇ ਧਰਮ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ। ਆਪਾਂ ਇੱਕ ਦੋ ਬੰਦਿਆਂ ਨੂੰ ਮਾੜੇ ਕਹਿ ਕੇ ਸਾਰੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ। ਇੱਕ ਦੋ ਬੰਦਿਆਂ ਦੇ ਚੰਗੇ ਕਹਿਣ ਕਰਕੇ ਸਾਰਿਆਂ ਨੂੰ ਚੰਗੇ ਵੀ ਨਹੀਂ ਕਿਹਾ ਜਾਂਦਾ ਹੈ। ਜਿਵੇਂ ਹੁਣ ਗਨੀ ਖਾਂ ਤੇ ਨਬੀ ਖਾਂ ਨੇ, ਉਹ ਵੀ ਤੇ ਮੁਸਲਮਾਨ ਹੀ ਨੇ, ਮਹਾਰਾਜ ਦਾ ਪਲੰਘਾ ਚੁੱਕ ਕੇ ਸੇਵਾ ਕਰਦੇ। ਤੇ ਵਜ਼ੀਰ ਖਾਨ ਵੀ ਮੁਸਲਮਾਨ ਹੀ ਹੈ। ਇਹ ਸ਼ਾਸਨ ਬੇਗ, ਇਹ ਬਾਸ਼ਨ ਬੇਗ, ਇਹ ਵੀ ਮੁਸਲਮਾਨ ਹੀ ਨੇ। ਜਾਨੀ ਖਾਂ ਮਾਨੀ ਖਾਂ ਜਿਹੜੇ ਥਾਣੇਦਾਰ ਨੇ, ਇਹ ਵੀ ਮੁਸਲਮਾਨ ਹੀ ਨੇ। ਹੁਣ ਹੈ ਤੇ ਸਾਰਿਆਂ ਦਾ ਧਰਮ ਇੱਕੋ ਹੀ ਹੈ, ਪਰ ਕੁਝ ਉਹ ਨੇ ਜਿਹੜੇ ਪਲੰਘਾ ਚੁੱਕ ਕੇ ਸੇਵਾ ਕਰਦੇ ਪਏ ਤੇ ਕੁਝ ਉਹ ਨੇ ਜਿਹੜੇ ਪਾਪ ਕਮਾਉਂਦੇ ਪਏ। ਐਸੇ ਤਰੀਕੇ ਦੇ ਨਾਲ ਗੁਰਮੁਖੋ ਜੇ ਆਪਾਂ ਕਹਿ ਲਈਏ ਸਾਰੇ ਹਿੰਦੂ ਧਰਮ ਦੇ ਵਿੱਚ ਵੀ ਮਾੜੇ ਨਹੀਂ, ਜਿੱਥੇ ਉਹਨਾਂ ਦੇ ਵਿੱਚ ਸੁਚਾਨੰਦ ਬੈਠਾ ਹੈ, ਜਾਂ ਆਪਾਂ ਕਹਿ ਲਈਏ ਗੰਗੂ ਬ੍ਰਾਹਮਣ ਬੈਠਾ ਹੈ, ਇੱਥੇ ਇਹਨਾਂ ਦੇ ਵਿੱਚ ਗੁਰਮੁਖੋ ਟੋਡਰ ਮੱਲ ਵੀ ਬੈਠਾ ਹੈ, ਜਿਹੜਾ ਗੁਰੂ ਘਰ ਦਾ ਸਤਿਕਾਰ ਕਰਨ ਵਾਲਾ ਹੈ। ਭਾਵ ਇਹ ਹੈ ਧਰਮ ਦੇ ਵਿੱਚ ਸਾਰੇ ਵਿਅਕਤੀ ਚੰਗੇ ਨਹੀਂ, ਸਾਰੇ ਮਾੜੇ ਨੇ। ਵਿਅਕਤੀਆਂ ਦੀ ਗਿਣਤੀ ਦੇ ਨਾਲ ਧਰਮ ਨੂੰ ਚੰਗਾ ਮਾੜਾ ਨਹੀਂ ਕਿਹਾ ਜਾ ਸਕਦਾ ਹੈ। ਸੋ ਵਿਅਕਤੀ ਮਾੜੇ ਹੋ ਜਾਂਦੇ, ਜਾਂ ਆਪਾਂ ਕਹਿ ਲਈਏ ਵਿਅਕਤੀ ਜਿਹੜੇ ਮੋਤਬਾਰ ਨੇ, ਧਰਮ ਦੇ ਅੱਗੇ ਪੈਰੋਕਾਰ ਗੱਲਬਾਤ ਕਰਨ ਵਾਲੇ, ਉਹ ਮਾੜੇ ਹੋ ਸਕਦੇ। ਕਾਜੀ ਆਪਣਾ ਗਲਤ ਫੈਸਲਾ ਸੁਣਾ ਸਕਦਾ ਹੈ, ਪੰਡਤ ਆਪਣਾ ਗਲਤ ਫੈਸਲਾ ਦੇ ਸਕਦਾ ਹੈ। ਇਸੇ ਤਰੀਕੇ ਦੇ ਨਾਲ ਕੋਈ ਜਥੇਦਾਰ ਕੌਮ ਦਾ ਹੋਵੇ, ਉਹ ਗਲਤ ਗੱਲ ਕਰ ਸਕਦਾ ਹੈ। ਪਰ ਆਪਾਂ ਉੱਥੇ ਇਹ ਨਹੀਂ ਕਹਿ ਸਕਦੇ ਵੀ ਧਰਮ ਹੀ ਮਾੜਾ ਹੋ ਗਿਆ ਹੈ। ਧਰਮ ਨੂੰ ਲੋਕ ਆਪਣੀ ਮਰਜ਼ੀ ਨਾਲ ਵਰਤ ਲੈਂਦੇ, ਜਿੱਧਰ ਨੂੰ ਸੂਤਰ ਆਉਂਦਾ ਉਧਰ ਨੂੰ ਵਰਤਿਆ ਜਾਂਦਾ ਹੈ। ਰੋਹ ਵਿਚਾਰ ਇਹ ਹੈ ਵੀ ਧਰਮ ਮਾੜਾ ਨਹੀਂ, ਪਰ ਧਰਮ ਦੀ ਵਰਤੋਂ ਜਿਹੜੀ ਹੈ ਉਹ ਲੋਕ ਆਪਣੀ ਮਰਜ਼ੀ ਦੇ ਨਾਲ ਕਰਦੇ। ਜਿਵੇਂ ਕਹਿਣ ਲੱਗੇ ਕਿਸੇ ਜ਼ਿਮੀਂਦਾਰ ਦੇ ਕੋਲੋਂ ਨਾ ਆਪਣੇ ਬਲਦ ਲੈ ਕੇ ਤੁਰਿਆ ਜਾਂਦਾ ਖੇਤ ਵਾਹੁਣ ਵਾਸਤੇ, ਤੇ ਰਸਤੇ ਵਿੱਚ ਕਾਜੀ ਦਾ ਬਲਦ ਕਿਤੇ ਘਾਹ ਚਰਦਾ ਪਿਆ ਹੈ, ਤੇ ਦੋਨੇ ਜਾਣੇ ਬਲਦ ਆਪਸ ਵਿੱਚ ਲੜ ਪਏ। ਉਹ ਜਿਹੜਾ ਜ਼ਿਮੀਂਦਾਰ ਦਾ ਬਲਦ ਸੀ ਉਹ ਤਗੜਾ ਸੀਗਾ, ਉਹਨੇ ਢੁੱਡ ਮਾਰਿਆ, ਸਿੰਘ ਮਾਰਿਆ, ਤੇ ਕਾਜੀ ਦਾ ਬਲਦ ਮਰ ਗਿਆ। ਹੁਣ ਉਹ ਜ਼ਿਮੀਂਦਾਰ ਜਾਣਦਾ ਵੀ ਕਾਜੀ ਸਮੇਂ ਦਾ ਜੱਜ ਹੈ, ਇਹਦਾ ਬਲਦ ਮਰਿਆ ਹੈ, ਸਜ਼ਾ ਤੇ ਜ਼ਰੂਰ ਦੇਵੇਗਾ। ਉਹ ਜ਼ਿਮੀਂਦਾਰ ਵਿਚਾਰਾ ਆਪ ਹੀ ਚਲਾ ਗਿਆ, ਜਾ ਕੇ ਕਹਿਣ ਲੱਗਾ ਵੀ ਕਾਜੀ ਸਾਹਿਬ, ਜੇ ਇੱਕ ਬਲਦ ਦੂਜੇ ਬਲਦ ਨੂੰ ਮਾਰ ਦੇਵੇ ਤੇ ਉਹਦੀ ਸਜ਼ਾ ਕੀ ਹੈ? ਕਾਜੀ ਨੇ ਗੱਲ ਸੁਣੀ ਹੈ, ਕਹਿਣ ਲੱਗਾ ਵੀ ਸਜ਼ਾ ਕੀ ਹੈ? ਵੀ ਪਸ਼ੂ ਦੇ ਨਾਲ ਪਸ਼ੂ ਲੜ ਪਿਆ, ਇਹ 'ਚ ਕਸੂਰ ਤੇ ਕਿਸੇ ਦਾ ਵੀ ਨਹੀਂ, ਤਗੜੇ ਪਸ਼ੂ ਨੇ ਮਾੜੇ ਨੂੰ ਮਾਰ ਦਿੱਤਾ ਹੈ, ਇਹਦੀ ਕੋਈ ਸਜ਼ਾ ਨਹੀਂ ਹੈ। ਕਹਿਣ ਲੱਗਾ ਵੇਖ ਲਓ ਚੰਗੀ ਤਰ੍ਹਾਂ। ਕਹਿੰਦਾ ਨਹੀਂ, ਸਜ਼ਾ ਹੈ ਹੀ ਕੋਈ ਨਹੀਂ, ਇਸਲਾਮ ਦੇ ਵਿੱਚ ਕੋਈ ਸਜ਼ਾ ਨਹੀਂ। ਜਦੋਂ ਜ਼ਿਮੀਂਦਾਰ ਨੇ ਇਹ ਗੱਲ ਸੁਣੀ ਹੈ, ਫਿਰ ਉਹਨੇ ਬਚਨ ਖੋਲ ਕੇ ਦੱਸਿਆ। ਕਹਿਣ ਲੱਗਾ ਵੀ ਕਾਜੀ ਸਾਹਿਬ, ਜਿਹੜੇ ਬਲਦ ਨੇ ਮਾਰਿਆ ਹੈ ਉਹ ਬਲਦ ਮੇਰਾ ਹੈ, ਜਿਹੜਾ ਬਲਦ ਮਰਿਆ ਹੈ ਉਹ ਤੇਰਾ ਹੈ। ਜਦੋਂ ਇਹ ਗੱਲ ਸੁਣੀ ਨਾ, ਕਾਜੀ ਕਹਿਣ ਲੱਗਾ ਅੱਛਾ ਫਿਰ ਤੇ ਚੰਗੀ ਤਰ੍ਹਾਂ ਗ੍ਰੰਥੀ ਵੇਖਣਾ ਪਵੇਗਾ। ਚੇਲੇ ਨੂੰ ਕਹਿੰਦਾ ਲਿਆ ਹਲਾਲ ਕਿਤਾਬ ਵੇਖੀਏ ਕੀ ਲਿਖਿਆ ਇਹਦੇ। ਕਿਤਾਬ ਲਿਆਂਦੀ ਗਈ ਹੈ। ਹੁਣ ਕਿਤਾਬ ਦੇ ਵਿੱਚ ਇਹ ਤੇ ਨਹੀਂ ਨਾ ਲਿਖਿਆ ਵੀ ਬਲਦ ਮਰ ਗਿਆ ਤੇ ਸਜ਼ਾ ਦੇ ਦੇ। ਕਾਜੀ ਨੇ 2-4 ਵਰਕੇ ਇੱਧਰ ਉੱਧਰ ਪਲਟ ਕੇ ਕਹਿਣ ਲੱਗਾ ਵੀ ਜ਼ਿਮੀਂਦਾਰਾ ਗੱਲ ਇਹ ਹੈ ਵੀ ਬਲਦ ਦੇ ਵੰਡੇ ਬਲਦ ਦੇਣਾ ਪਵੇਗਾ, ਔਰ 11 ਰੁਪਏ ਨਾਲ ਤੈਨੂੰ ਦੰਡ ਵੀ ਭਰਨਾ ਪਵੇਗਾ। ਬਲਦ ਦੇ ਵੰਡੇ ਬਲਦ ਦੇ ਨਾਲ 11 ਰੁਪਏ, ਵੀ ਦੂਜੇ ਬਲਦ ਦਾ ਮੁੱਲ ਵੀ ਨਾਲ ਦੇ। ਇੱਕ ਮਰਿਆ, ਹੁਣ ਦੂਜਾ ਬਲਦ ਉਹ ਨਹੀਂ ਜੁੜੇਗਾ, ਇਸ ਕਰਕੇ ਬਲਦਾਂ ਦੀ ਜੋੜੀ ਲੈਣੀ ਪਵੇਗੀ, ਜੋੜੀ ਦਾ ਤੈਨੂੰ ਹਰਜਾਨਾ ਭਰਨਾ ਪਵੇਗਾ। ਭਾਵ ਇਹ ਹੈ ਜੇ ਤੇ ਕਿਸੇ ਦਾ ਬਲਦ ਮਰ ਗਿਆ ਫਿਰ ਤੇ ਕੋਈ ਸਜ਼ਾ ਨਹੀਂ ਹੈ, ਜਾਨਵਰ ਨਾਲ ਜਾਨਵਰ ਲੜਿਆ। ਜੇ ਕਾਜੀ ਦਾ ਮਰਿਆ ਫਿਰ ਉੱਥੇ ਸਜ਼ਾ ਹੈ। ਕਹਿਣ ਤੋਂ ਭਾਵ ਹੈ ਵੀ ਧਰਮ ਨਹੀਂ ਕਹਿੰਦਾ ਇਹੋ ਜਿਹੀਆਂ ਗੱਲਾਂ ਕਰੋ, ਪਰ ਧਰਮ ਨੂੰ ਚਲਾਉਣ ਵਾਲੇ ਜਿਹੜੇ ਆਗੂ ਨੇ ਆਪਣੀ ਮਰਜ਼ੀ ਮੁਤਾਬਕ ਫਿਰ ਜਿੱਧਰ ਨੂੰ ਮਰਜ਼ੀ ਲੈ ਜਾਂਦੇ। ਸੋ ਬਚਨ ਇਹ ਹੈ ਧਰਮ ਮਾੜਾ ਨਹੀਂ,
ਧਰਮ ਨੂੰ ਚਲਾਉਣ ਵਾਲੇ ਜਿਹੜੇ ਜਥੇਦਾਰ ਅੱਗੇ ਬਣ ਜਾਂਦੇ, ਜਾਂ ਕਾਜੀ ਹੈ ਜਾਂ ਬ੍ਰਾਹਮਣ ਹੈ, ਧਰਮ ਦੇ ਠੇਕੇਦਾਰ, ਉਹ ਫਿਰ ਆਪਣੀ ਮਰਜ਼ੀ ਨਾਲ ਵਰਤ ਲੈਂਦੇ ਆ ਧਰਮ ਨਾਲ, ਤੇ ਇਹੋ ਜਿਹਾ ਕੰਮ ਕਰਦੇ। ਸੋ ਬਚਨੇ ਆ ਗੁਰਮੁਖੋ, ਟੋਡਰ ਮੱਲ ਨਾਮ ਦਾ ਇੱਕ ਖੱਤਰੀ ਸਿੱਖ ਹੈ, ਇਹ ਵੀ ਇੱਥੇ ਹੀ ਰਹਿੰਦਾ ਹੈ। ਸੋ ਕਹਿਣ ਲੱਗੇ ਜਦੋਂ ਉਸ ਨੂੰ ਪਤਾ ਲੱਗਾ ਹੈ, ਸਾਹਿਬਜ਼ਾਦੇ ਪਕਰਨ ਸੁਣੀ, ਇਸ ਨੂੰ ਖਬਰ ਮਿਲੀ ਕਿਸੇ ਦੇ ਕੋਲੋਂ, ਕਿਉਂਕਿ ਇਹ ਖਬਰ ਜੱਗ ਜਿਹੜੀ ਹੈ ਨਾ ਜੰਗਲ ਦੀ ਅੱਗ ਵਾਂਗ ਫੈਲ ਗਈ। 3 ਦਿਨਾਂ ਤੋਂ ਗ੍ਰਿਫਤਾਰ ਕੀਤੇ ਨਾ, ਰੋਜ਼ ਪੇਸ਼ੀਆਂ ਹੋ ਰਹੀਆਂ। ਇਹਨੂੰ ਪਤਾ ਲੱਗਾ ਕਿਤੇ ਬਾਹਰ ਗਿਆ ਹੋਇਆ, ਪਤਾ ਲੱਗਿਆ ਵੀ ਸਾਹਿਬਜ਼ਾਦੇ ਫੜੇ ਗਏ। ਜਦੋਂ ਟੋਡਰ ਮੱਲ ਜੀ ਨੂੰ ਪਤਾ ਲੱਗਾ ਹੈ, ਹਿਰਦੈ ਵਿਚਾਰਿਓ ਧਨ ਗਨ ਦੇ ਉਸ ਵੇਲੇ ਮਨ ਵਿੱਚ ਸੋਚਦਾ ਹੈ, ਮੁਗਲਾਂ ਨੇ ਮਹਾਰਾਜ ਜੀਆਂ ਦੇ ਸਪੁੱਤਰ ਫੜ ਲਏ ਨੇ, ਇਹ ਕੋਈ ਨਾ ਕੋਈ ਅਣਹੋਣੀ ਨਾ ਕਰ ਦੇਣ, ਮੈਨੂੰ ਇਹ ਸਾਹਿਬਜ਼ਾਦੇ ਛਡਾਉਣੇ ਚਾਹੀਦੇ ਨੇ। ਕਿਵੇਂ ਛਡਾਉਣੇ ਚਾਹੀਦੇ? ਹਿਰਦੇ ਵਿਚਾਰਿਓ, ਮਨ ਵਿੱਚ ਸੋਚਦਾ ਹੈ, ਮੈਨੂੰ ਪ੍ਰਮਾਤਮਾ ਨੇ ਬੜੀ ਮਾਇਆ ਦਿੱਤੀ ਹੈ, ਮੈਂ ਮਾਇਆ ਦੇ ਦਿੰਦਾ। ਜੇ ਨੁਕਸਾਨ ਕੀਤਾ ਹੈ ਤੇ ਮੈਂ ਮਾਇਆ ਦੇ ਦਿਆਂਗਾ। ਕਿੰਨੇ ਪੈਸੇ ਮੰਗਣਗੇ, ਜਿੰਨੇ ਪੈਸੇ ਡੰਡ ਲਾਉਣਗੇ ਮੈਂ ਉਹਨਾਂ ਹਰਜਾਨਾ ਭਰ ਦਿਆਂਗਾ, ਤੇ ਮੈਂ ਕਹਾਂਗਾ ਵੀ ਭਾਈ ਮਾਇਆ ਲੈ ਲਓ ਤੇ ਮਹਾਰਾਜ ਦੇ ਪੁੱਤਰ ਛੱਡ ਦਿਓ। ਮੈਂ ਮਾਇਆ ਦੇ ਕੇ, ਪੈਸਾ ਦੇ ਕੇ ਤੇ ਇਹਨਾਂ ਸਾਹਿਬਜ਼ਾਦਿਆਂ ਨੂੰ ਛੁਡਾ ਲੈਣਾ ਹੈ, ਤੇ ਸ਼ੁਰਵਾਵਨ ਕਹਿ ਕੇ ਤੇ ਮੈਂ ਮੁਗਲਾਂ ਕੋਲੋਂ ਛੁਡਵਾ ਲੈਣੇ। ਮਾਇਆ ਜਿੰਨੀ ਉਹ ਮੰਗਣਗੇ ਮੈਂ ਦੇ ਦਿਆਂਗਾ, ਜਿੰਨੀ ਵੀ ਮੰਗ ਲੈਣਗੇ। ਮੈਨੂੰ ਭਾਵੇਂ ਆਪਣਾ ਘਰ-ਬਾਰ ਵੇਚਣਾ ਪਵੇ, ਸਾਰਾ ਬਿਜ਼ਨਸ ਆਪਣਾ ਦਾਅ ਤੇ ਲਾਉਣਾ ਪਵੇ, ਭਾਵੇਂ ਝੋਲੀ ਅੱਡ ਕੇ ਦਰ-ਦਰ ਤੋਂ ਜਾ ਕੇ ਪੈਸਾ ਮੰਗਣਾ ਕਿਉਂ ਨਾ ਪਵੇ, ਮੈਂ ਮੰਗ ਕੇ ਜਿੰਨੀ ਮਾਇਆ ਬਣਦੀ ਹੈ ਸਾਰੀ ਦੇ ਦਿਆਂਗਾ, ਜਿੰਨੀ ਲਾਈ ਜਾਏਗੀ, ਅਤੇ ਮੈਂ ਸਾਹਿਬਜ਼ਾਦਿਆਂ ਨੂੰ ਛੁਡਾ ਲੈਣਾ ਹੈ। ਜਹਾਂ ਗੁਰੂ ਤਹ ਦਿਓ ਪੁਚਾਈ, ਮਨ ਵਿੱਚ ਸੋਚਦਾ ਪਿਆ, ਜਦੋਂ ਮੈਂ ਸਾਹਿਬਜ਼ਾਦਿਆਂ ਨੂੰ ਛੁਡਾਵਾਂਗਾ ਫਿਰ ਮੈਂ ਪਤਾ ਕਰਾਂਗਾ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਨੇ। ਫਿਰ ਮੈਨੂੰ ਪਤਾ ਲੱਗ ਜਾਵੇਗਾ ਮਹਾਰਾਜ ਫਲਾਣੇ ਨਗਰ ਵਿੱਚ ਬੈਠੇ ਨੇ, ਫਲਾਣੀ ਜਗ੍ਹਾ ਤੇ ਬੈਠੇ। ਫਿਰ ਮੈਂ ਸਾਹਿਬਜ਼ਾਦਿਆਂ ਨੂੰ ਲੈ ਕੇ ਤੇ ਮਹਾਰਾਜ ਦੇ ਕੋਲ ਪਹੁੰਚਾ ਦਿਆਂਗਾ, ਜਿੱਥੇ ਮਹਾਰਾਜ ਸਾਹਿਬ ਜੀ ਹੋਣਗੇ ਨਾ ਉੱਥੇ ਪਹੁੰਚਾ ਦਿਆਂਗਾ। ਮਹਾਰਾਜ ਜੀ ਆ ਵੇਖੋ, ਤੁਹਾਡੇ ਪੁੱਤਰਾਂ ਨੂੰ ਮੈਂ ਲੈ ਆਇਆ ਹਾਂ, ਜਿੰਨਾ ਡੰਡ ਹੈ ਮੈਂ ਸਾਰਾ ਭਰੇ ਆਇਆ ਹਾਂ। ਇਸ ਤਰ੍ਹਾਂ ਮੈਂ ਸਾਹਿਬਜ਼ਾਦਿਆਂ ਨੂੰ ਮਹਾਰਾਜ ਕੋਲ ਲੈ ਕੇ ਜਾਵਾਂਗਾ। ਆਵੋ ਜਗਤ ਵਿਖੇ ਵਡਿਆਈ, ਮਨ ਵਿੱਚ ਸੋਚਦਾ ਹੈ, ਜਦੋਂ ਮੈਂ ਲੈ ਕੇ ਜਾਵਾਂਗਾ ਸਾਹਿਬਜ਼ਾਦਿਆਂ ਨੂੰ, ਮਹਾਰਾਜ ਬੜੇ ਖੁਸ਼ ਹੋਣਗੇ ਮੇਰੇ ਉੱਪਰ ਵੀ ਟੋਡਰ ਮੱਲ ਬੜਾ ਹੀ ਚੰਗਾ ਕੰਮ ਕੀਤਾ ਹੈ। ਮਹਾਰਾਜ ਦੀ ਖੁਸ਼ੀ ਤੇ ਮਿਲੇਗੀ, ਸੰਸਾਰ ਵਿੱਚ ਵਡਿਆਈ ਮਿਲੇਗੀ, ਰਹਿੰਦੀ ਦੁਨੀਆ ਤੱਕ ਮੇਰਾ ਨਾਮ ਰਹੇਗਾ। ਜਦੋਂ ਕਿਤੇ ਸਾਹਿਬਜ਼ਾਦਿਆਂ ਦੀ ਗੱਲ ਹੋਇਆ ਕਰੇਗੀ, ਉੱਥੇ ਮੇਰਾ ਨਾਮ ਵੀ ਆਇਆ ਕਰੇਗਾ ਵੀ ਟੋਡਰ ਮੱਲ ਨੇ ਇੰਨੀ ਮਾਇਆ ਲਾ ਕੇ ਸਾਹਿਬਜ਼ਾਦਿਆਂ ਨੂੰ ਛਡਵਾਇਆ ਹੈ, ਅਤੇ ਇਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚਾਇਆ ਹੈ। ਸੋ ਇਸ ਤਰ੍ਹਾਂ ਮੇਰਾ ਨਾਮ ਆਇਆ ਕਰੇਗਾ ਇਤਿਹਾਸ ਦੇ ਵਿੱਚ, ਮੈਂ ਤੇ ਸਦਾ ਵਾਸਤੇ ਅਮਰ ਹੋ ਜਾਵਾਂਗਾ। ਇਹਦੇ ਵਾਸਤੇ ਮੈਨੂੰ ਜਿੰਨੀ ਵੀ ਮਾਇਆ ਖਰਚਣੀ ਪਵੇ ਮੈਂ ਸਾਰੀ ਖਰਚ ਦੇਣੀ ਹੈ, ਤੇ ਸਾਹਿਬਜ਼ਾਦਿਆਂ ਨੂੰ ਛੁਡਾ ਲੈਣਾ ਕਹਾਂ ਹੈ। ਦਰਬ ਜੋ ਸਰਬ ਵਿਨਾਸ਼ੀ, ਸੋ ਕਹਿਣ ਲੱਗਾ, ਮਨ ਵਿੱਚ ਸੋਚਦਾ ਪਿਆ, ਕਹਿਣ ਲੱਗਾ ਵੀ ਮਾਇਆ ਕੀ ਹੈ? ਮਾਇਆ ਤੇ ਨਾਸਵੰਤ ਹੈ, ਸਦਾ ਥੋੜੀ ਰਹਿਣੀ ਹੈ। ਸੋ ਇਹ ਮਾਇਆ ਤੇ ਆਉਣ ਜਾਣ ਵਾਲੀ ਹੈ, ਕਦੇ ਆ ਗਈ ਹੈ, ਕਦੇ ਚਲੇ ਗਈ ਹੈ, ਮਾਇਆ ਰਹਿਣੀ ਨਹੀਂ। ਪਰ ਜੇ ਮੈਂ ਉਹ ਮਾਇਆ ਸਾਹਿਬਜ਼ਾਦਿਆਂ ਨੂੰ ਛੁਡਾਉਣ ਵਾਸਤੇ ਲਾ ਦਿਆਂ ਤੇ ਮੇਰੀ ਤੇ ਮਾਇਆ ਸਫਲੀ ਹੋ ਜਾਵੇਗੀ, ਮੈਂ ਵੀ ਸਫਲਾ ਹੋ ਜਾਵਾਂਗਾ। ਇਹ ਮਾਇਆ ਅੱਜ ਮੇਰੇ ਕੋਲ ਹੈ, ਕੱਲ ਨੂੰ ਕੀ ਪਤਾ ਕੋਈ ਇਹੋ ਜਿਹਾ ਰੋਗ ਹੀ ਲੱਗ ਜਾਵੇ, ਮਾਇਆ ਖਰਚੀ ਜਾਵੇ, ਜਾਂ ਕੋਈ ਚੋਰ ਡਾਕੂ ਜਿਹੜਾ ਲੁੱਟ ਕੇ ਲੈ ਜਾਵੇ। ਮਾਇਆ ਦਾ ਭਰੋਸਾ ਨਹੀਂ ਨਾ, ਸੋ ਇਹ ਰਵੇਗੀ ਕਿ ਨਹੀਂ ਰਵੇਗੀ। ਪਰ ਅੱਜ ਮੇਰੇ ਕੋਲ ਹੈ, ਇਹ ਮੈਂ ਸਾਰੀ ਖਰਚ ਦਿਆਂਗਾ ਤੇ ਖਰਚ ਕੇ ਸਾਹਿਬਜ਼ਾਦਿਆਂ ਨੂੰ ਛੁਡਾ ਲਵਾਂਗਾ। ਇਹ ਮਾਇਆ ਤੇ ਨਾਸਵੰਤ ਹੈ, ਨਾਸਵੰਤ ਵਸਤੂ ਜਿਹੜੀ ਹੈ ਉਹ ਮੈਂ ਗੁਰੂ ਨੂੰ ਭੇਟ ਕਰ ਦੇਣੀ ਹੈ। ਗੁਰ ਪਦਵੀ ਦੈ ਹੈ ਅਵਿਨਾਸ਼ੀ, ਤੇ ਸਤਿਗੁਰਾਂ ਦੇ ਕੋਲੋਂ ਮੈਂ ਨਾਸ ਤੋਂ ਰਹਿਤ ਪਦਵੀ ਲਵਾਂਗਾ। ਜਦੋਂ ਮਹਾਰਾਜ ਦੇ ਕੋਲ ਪੁੱਤਰਾਂ ਨੂੰ ਲੈ ਕੇ ਜਾਵਾਂਗਾ, ਸਤਿਗੁਰੂ ਕਹਿਣਗੇ ਵੀ ਮੰਗ ਟੋਡਰ ਮੱਲ ਕੀ ਚਾਹੀਦਾ ਹੈ। ਮੈਂ ਫਿਰ ਆਖਾਂਗਾ, ਮਹਾਰਾਜ ਜੀ ਜੇ ਆਪ ਕਿਰਪਾ ਕਰਨ ਲੱਗੇ ਹੋ ਤੇ ਫਿਰ ਐਸੀ ਕਿਰਪਾ ਕਰੋ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਹ ਦਾਤ ਮੰਗਾਂਗਾ ਮਹਾਰਾਜ ਕੋਲੋਂ, ਸਤਿਗੁਰੂ ਮੁਕਤੀ ਦੀ ਦਾਤ ਦੇ ਦਿਓ, ਚਰਨਾਂ 'ਚ ਨਿਵਾਸ ਬਖਸ਼ੋ। ਹੁਣ ਮਾਇਆ ਤੇ ਨਾਸਵੰਤ ਹੈ ਨੇ, ਅੱਜ ਨਹੀਂ ਤੇ ਕੱਲ ਨਾਸ ਹੋਣਾ ਹੈ, ਪਰ ਜਿਹੜੀ ਪਦਵੀ ਗੁਰੂ ਕੋਲੋਂ ਮਿਲਣੀ ਹੈ ਉਹ ਸਦਾ ਵਾਸਤੇ ਅਟਲ ਮਿਲਣੀ ਹੈ। ਮੈਨੂੰ ਤੇ ਬੜਾ ਭਾਰੀ ਨਫਾ ਹੋਣਾ ਇਸ ਗੱਲ ਦਾ ਕਿ ਮਾਇਆ ਦੇ ਕੇ ਗੁਰੂ ਦੇ ਕੋਲੋਂ ਮੈਂ ਅਟਲ ਪਦਵੀ ਨੂੰ ਪ੍ਰਾਪਤ ਕਰਨਾ ਹੈ। ਅਰਥ ਉਤਾਇਲ ਕੇ ਚਲਿਆ ਮਾ, ਸੋ ਗੁਰਮੁਖੋ ਇਸ ਤਰੀਕੇ ਦੇ ਨਾਲ ਇਹ ਬੜੀ ਛੇਤੀ ਤੁਰਿਆ ਆਉਂਦਾ ਆਪਣੇ ਘਰ ਤੋਂ ਨਾ, ਬੜੀਆਂ ਵੱਡੀਆਂ ਲਾਂਘਾਂ ਪੱਟ ਕੇ ਤੇ ਬੜੀ ਛੇਤੀ ਨਾਲ
ਕਦਮ ਰੱਖਦਾ ਤੁਰਿਆ ਆਉਂਦਾ, ਕਿਤੇ ਕੋਈ ਅਣਹੋਈ ਘਟਨਾ ਹੀ ਨਾ ਵਾਪਰ ਜਾਵੇ। ਮੈਂ ਛੇਤੀ ਨਾਲ ਪਹੁੰਚਾਂ ਕਚਹਿਰੀ ਦੇ ਵਿੱਚ, ਜਾ ਕੇ ਮਾਇਆ ਪੁੱਛਾਂ ਵੀ ਕਿੰਨੀ ਚਾਹੀਦੀ ਹੈ, ਸਾਹਿਬਜ਼ਾਦਿਆਂ ਨੂੰ ਛੱਡ ਦਿਓ। ਇਸ ਤਰ੍ਹਾਂ ਬੜੀ ਛੇਤੀ ਦੇ ਨਾਲ, ਬੜੀ ਕਾਹਲੀ ਦੇ ਨਾਲ ਆਪਣੇ ਘਰ ਵਿੱਚੋਂ ਚੱਲਿਆ ਹੈ। ਸਭਾ ਵਿਖੇ ਦੇਖਤ ਦੁਖ ਪਾਵਾਂ। ਜਦੋਂ ਚਲਦਿਆਂ ਚਲਦਿਆਂ ਕਚਹਿਰੀ ਵਿੱਚ ਪਹੁੰਚਿਆ ਨਾ, ਕੀ ਵੇਖਦਾ ਪਿਆ, ਇਹਦੇ ਆਉਣ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਹੈ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਤੇ ਇਹਨਾਂ ਦੀਆਂ ਗਰਦਨਾਂ ਉਸ ਵੇਲੇ ਇਹਨਾਂ ਮੁਗਲਾਂ ਦੇ ਵੱਲੋਂ ਸ਼ਾਸਨ ਬੇਗ, ਬਾਸ਼ਨ ਬੇਗ, ਜਿਹੜੇ ਦੁਸ਼ਟ ਜਲਾਦ ਨੇ, ਇਹਨਾਂ ਨੇ ਕੱਟ ਦਿੱਤੀਆਂ। ਵੇਖ ਕੇ ਬੜਾ ਭਾਰੀ ਦੁਖੀ ਹੋਇਆ ਮਨ ਦੇ ਵਿੱਚ, ਵੀ ਮੈਂ ਤੇ ਕੁਝ ਹੋਰ ਸੋਚਿਆ ਸੀ, ਜਿੰਨੀ ਮਾਇਆ ਲੱਗੇਗੀ ਮੈਂ ਖਰਚਾਂਗਾ, ਸਾਹਿਬਜ਼ਾਦਿਆਂ ਨੂੰ ਬਚਾ ਕੇ ਗੁਰੂ ਕੋਲ ਲੈ ਕੇ ਜਾਵਾਂਗਾ, ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਾਂਗਾ। ਪਰ ਇਹ ਤੇ ਸਾਰਾ ਕੰਮ ਉਲਟਾ ਹੋ ਗਿਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ। ਵੇਖ ਕੇ ਇਸ ਤਰ੍ਹਾਂ ਬਹੁਤ ਭਾਰੀ ਦੁਖੀ ਹੋਇਆ ਹੈ। ਸੁਣੀ ਨਰਨ ਤੇ ਇਨਹੁ ਪਰਹਾਰੇ। ਉਸ ਵੇਲੇ ਲੋਕਾਂ ਦੇ ਕੋਲੋਂ ਪੁੱਛਿਆ, ਭਾਈ ਇਹ ਕਿਵੇਂ ਭਾਣਾ ਵਾਪਰ ਗਿਆ ਹੈ? ਜਿਹੜੇ ਲੋਕ ਉੱਥੇ ਪਹਿਲਾਂ ਤੋਂ ਆਏ ਹੋਏ, ਉਹਨਾਂ ਨੇ ਦੱਸਿਆ ਵੀ ਆਹ ਗੰਗੂ ਬ੍ਰਾਹਮਣ ਹੈ, ਇਹਨੇ ਫੜਾਇਆ ਹੈ। ਆ ਉਹ ਜਲਾਦ ਨੇ ਜਿਨ੍ਹਾਂ ਨੇ ਕਤਲ ਕੀਤਾ ਹੈ। ਆ ਉਹ ਦੁਸ਼ਟ ਕਾਜੀ ਹੈ ਜਿਹਨੇ ਫਤਵਾ ਲਾਇਆ ਹੈ। ਵਜ਼ੀਰ ਖਾਨ ਨੇ ਇਸ ਤਰ੍ਹਾਂ ਆਖਿਆ ਹੈ। ਇਸੇ ਤਰ੍ਹਾਂ ਮਲੇਰਕੋਟਲੀ ਨਵਾਬ ਨੇ ਜਿਹੜਾ ਹੈ, ਉਹਨੇ ਆਹ ਬਚਨ ਆਖੇ, ਹਾ ਦਾ ਨਾਰਾ ਮਾਰਿਆ ਹੈ। ਸਾਰੀਆਂ ਗੱਲਾਂ ਬਾਤਾਂ ਲੋਕਾਂ ਕੋਲੋਂ ਸੁਣੀਆਂ, ਅਤੇ ਇਹ ਵੀ ਦੱਸਿਆ ਗਿਆ ਵੀ ਇਹਨਾਂ ਲੋਕਾਂ ਦੀ ਕਰਤੂਤ ਦੇ ਨਾਲ ਸਾਹਿਬਜ਼ਾਦੇ ਸ਼ਹੀਦ ਹੋਏ। ਹੋ ਸਕਦਾ ਵਜ਼ੀਰ ਖਾਨ ਛੱਡ ਹੀ ਦਿੰਦਾ, ਜਾਂ ਹੋ ਸਕਦਾ ਕੋਈ ਡੰਡ ਲਾ ਦਿੰਦਾ, ਪਰ ਕੁਝ ਲੋਕ ਐਸੇ ਹੋਇਆ ਕਰਦੇ ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ, ਜਿਹੜਾ ਦਾ ਕੰਮ ਹੀ ਹੁੰਦਾ ਪੁੱਠੇ ਬੰਨੇ ਚੱਲਣਾ, ਹਰ ਵੇਲੇ ਮਾੜੀ ਸੋਚ ਰੱਖਦੇ। ਸੋ ਉਸ ਵੇਲੇ ਦੱਸਦੇ ਪਏ ਲੋਕ ਇਹਨੂੰ, ਕਹਿਣ ਲੱਗੇ ਟੋਡਰ ਮੱਲ ਜੀ ਨੂੰ, ਵੀ ਇਹਨਾਂ ਲੋਕਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਹੈ। ਪਰਮ ਦੁਖੀ ਚਿਤ ਮੈਂ ਤਿਸ ਬਾਰੇ। ਉਸ ਵੇਲੇ ਇਹ ਟੋਡਰ ਮੱਲ ਜੀ ਬਹੁਤ ਭਾਰੀ ਦੁਖੀ ਹੋਏ, ਬੜੀ ਭਾਰੀ ਸੱਟ ਵੱਜੀ ਹੈ, ਮਨ ਭਰ ਗਿਆ। ਉਸ ਵੇਲੇ ਨੇਤਰ ਭਰ ਗਿਆ ਹੰਝੂਆਂ ਦੇ ਨਾਲ, ਬੜਾ ਦੁਖੀ ਹੋਇਆ। ਮੈਂ ਤੇ ਇਹ ਸੋਚਿਆ ਸੀ ਮੈਂ ਜਿਵੇਂ ਕਿਵੇਂ ਹੋਵੇਗਾ ਸਾਹਿਬਜ਼ਾਦਿਆਂ ਨੂੰ ਛੁਡਾ ਲਵਾਂਗਾ, ਪਰ ਇਹ ਤੇ ਭਾਣਾ ਹੀ ਉਹ ਵਾਪਰ ਗਿਆ ਹੈ ਜਿਸ ਦੇ ਉੱਪਰ ਹੁਣ ਕੁਝ ਹੋ ਹੀ ਨਹੀਂ ਸਕਦਾ ਹੈ। ਬੜਾ ਭਾਰੀ ਦੁਖੀ ਹੋਇਆ ਹੈ। ਹੋਇਆ ਹੋ ਤਬ ਉਤਪਾਤ ਵਿਸਾਲਾ। ਤੇ ਉਸ ਵੇਲੇ ਕਹਿਣ ਲੱਗੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਨਾ, ਤੇ ਸ਼ਹਾਦਤ ਦੇ ਨਾਲ ਨਾਲ ਬੜਾ ਭਾਰੀ ਮਾੜਾ ਸਮਾਂ ਸਰਹੰਦ ਦੇ ਉੱਪਰ ਆਇਆ। ਇਸ ਤਰ੍ਹਾਂ ਦਾ ਭਿਆਨਕ ਸਮਾਂ ਆਇਆ, ਜਿਹੜੇ ਲੋਕ ਉੱਥੇ ਇਕੱਠੇ ਹੋਏ ਕਚਹਿਰੀ ਦੇ ਵਿੱਚ, ਕਹਿਣ ਲੱਗੇ ਸਾਰੇ ਇੱਕੇ ਵਾਰੀ ਡਰ ਗਏ ਹਨ। ਕੰਪੀ ਧਰਤ ਆਏ ਭੁਚਾਲਾ। ਕਹਿਣ ਲੱਗੇ ਧਰਤੀ ਕੰਬੀ ਇੱਕੇ ਵਾਰੀ, ਏਡਾ ਵੱਡਾ ਪਾਪ ਜੂ ਹੋਇਆ, ਵੱਡਾ ਪਾਪ ਹੋਣ ਕਰਕੇ ਧਰਤੀ ਕੰਬੀ ਹੈ। ਇਸ ਤਰ੍ਹਾਂ ਲੱਗਾ ਜਿਵੇਂ ਭੁਚਾਲ ਆ ਗਿਆ। ਜਿਹੜੇ ਸਿਆਣੇ ਲੋਕ ਖਲੋਤੇ ਹੋਏ ਵਾਚਦੇ ਪਏ, ਸੋਚਦੇ ਪਏ, ਇਹ ਧਰਤੀ ਦਾ ਕੰਬਣਾ ਵਿਅਰਥ ਨਹੀਂ ਹੈ, ਇਸ ਧਰਤੀ ਦੇ ਉੱਪਰ ਬੜਾ ਵੱਡਾ ਪਾਪ ਹੋਇਆ, ਇਹ ਪਾਪ ਕਰਕੇ ਧਰਤੀ ਕੰਬੀ ਹੈ। ਇਹ ਭੁਚਾਲ ਤਾਂ ਆਇਆ ਹੈ ਕਿ ਇਹ ਨਿਰਦੋਸ਼ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਉਸ ਵੇਲੇ ਪਰਮਾਤਮਾ ਨੇ ਵੀ ਇੱਕ ਆਪਣਾ ਰੰਗ ਵਿਖਾਇਆ ਹੈ। ਐਂਚਤ ਕੰਕਰ ਧੂਰ ਕਨੇਰੀ। ਉਸ ਵੇਲੇ ਬਹੁਤ ਭਾਰੀ ਹਨੇਰੀ ਚੱਲੀ ਹੈ, ਜਿਹਦੇ ਵਿੱਚ ਧੂੜ ਤੇ ਘੱਟਾ ਦੇ ਨਿੱਕੇ ਨਿੱਕੇ ਕੰਕਰ ਉੱਡਦੇ ਪਏ। ਅੱਖਾਂ ਵਿੱਚ ਇਹ ਧੂੜ ਪੈਂਦੀ, ਅੱਖਾਂ ਬੰਦ ਹੁੰਦੀਆਂ ਜਾਂਦੀਆਂ। ਇਸ ਤਰ੍ਹਾਂ ਦੀ ਬੜੀ ਭਿਆਨਕ ਉਸ ਵੇਲੇ ਹਨੇਰੀ ਚੱਲੀ ਹੈ। ਵਹੀ ਬਾਇਓ ਬੇਰ ਕੁਫੇਰੀ। ਤੇ ਕਹਿਣ ਲੱਗੇ, ਹਵਾ ਕਦੇ ਸੱਜੇ ਪਾਸਿਓਂ ਕਦੇ ਖੱਬੇ ਪਾਸਿਓਂ ਮੁੜ ਮੁੜ ਕੇ ਆਉਂਦੀ ਹੈ, ਵਾਰ-ਵਾਰ ਆਉਂਦੀ ਹੈ। ਰੁੱਖ ਹਵਾ ਦੇ ਨਾਲ ਦੂਰੇ ਹੋ ਕੇ ਧਰਤੀ ਦੇ ਨਾਲ ਲੱਗਦੇ ਪਏ। ਇਸ ਤਰ੍ਹਾਂ ਦੀ ਭਿਆਨਕ ਹਨੇਰੀ ਉਸ ਵੇਲੇ ਚੱਲਦੀ ਹੈ। ਸਭਹਨ ਕੇ ਲੋਚਨ ਰਜ ਪਰੀ। ਉਸ ਵੇਲੇ ਜਿੰਨੇ ਲੋਕ ਇਸ ਵੇਲੇ ਗੁਰਮੁਖੋ ਖਲੋਤੇ ਹੋਏ ਨਾ, ਇਹ ਸਾਰਾ ਸਾਕਾ ਵੇਖਦੇ ਪਏ। ਮਿੱਟੀ ਉੱਡ ਉੱਡ ਕੇ ਅੱਖਾਂ ਦੇ ਵਿੱਚ ਪੈ ਗਈ ਹੈ, ਅੱਖਾਂ ਬੰਦ ਹੁੰਦੀਆਂ ਜਾ ਰਹੀਆਂ। ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਦੀ ਚਾਂਦਨੀ ਚੌਕ ਵਿਖੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਕੱਟਿਆ ਗਿਆ ਨਾ, ਭਾਈ ਜੈਤਾ ਜੀ ਨੂੰ ਮਹਾਰਾਜ ਨੇ ਆਖਿਆ ਨਾ, ਤੇਰੇ ਕੋਲੋਂ ਅਸੀਂ ਸੇਵਾ ਲਵਾਂਗੇ, ਇਹ ਸਾਡਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾਉਣਾ ਹੈ। ਜਿਸ ਵੇਲੇ ਬਚਨ ਕੀਤਾ, ਸੀਸ ਕੱਟਿਆ ਗਿਆ। ਉਸ ਵੇਲੇ ਦਾ ਬਚਨ ਆਉਂਦਾ ਵੀ ਆਕਾਸ਼ ਦਾ ਰੰਗ ਲਾਲ ਰੰਗ ਦਾ ਹੋ ਗਿਆ, ਤੇ ਬੜੀ ਭਿਆਨਕ ਉਸ ਵੇਲੇ ਹਨੇਰੀ ਚੱਲੀ ਹੈ। ਮਿੱਟੀ ਘੱਟੇ ਦੇ ਸਮੇਤ ਜਿੰਨੇ ਉੱਥੇ ਲੋਕੀ ਖਲੋਤੇ ਸਨ, ਸਾਰੀਆਂ ਦੀਆਂ ਅੱਖਾਂ ਇੱਕ ਵਾਰੀ ਅੰਨੀਆਂ ਹੋ ਗਈਆਂ। ਇਹੋ ਜਿਹਾ ਸਾਕਾ ਭਾਣਾ ਵਾਪਰਿਆ। ਭਾਈ ਜੈਤਾ ਜੀ ਭੱਜ ਕੇ ਉਸ ਵੇਲੇ ਮਹਾਰਾਜ ਜੀ ਦਾ ਸੀਸ ਚੁੱਕਿਆ, ਤੇ ਸੀਸ ਚੁੱਕ ਕੇ ਦੌੜ ਪਿਆ ਉਸ ਵੇਲੇ ਅਨੰਦਪੁਰ ਸਾਹਿਬ। ਮਹਾਰਾਜ ਨੇ ਸੇਵਾ ਦਾ ਹੁਕਮ ਕੀਤਾ, ਪੂਰੀ ਕਰਨੀ ਹੈ। ਇਹਨੇ ਚਿਰ ਨੂੰ ਲੱਖੀ ਸ਼ਾਹ ਵਣਜਾਰਾ, ਜਿਹਦੇ ਕੋਲ ਕਈ ਗੱਡੇ ਨੇ, 2000 ਗੱਡੇ ਦਾ ਮਾਲਕ ਹੈ, ਅਤੇ ਨਾਲ ਉਸਦੇ ਗੱਡਿਆਂ ਦੇ ਅੱਗੇ ਬੈਲ ਜੋਏ ਹੋਏ।
ਨਾਲ ਵਿਅਕਤੀ ਨੇ ਤੁਰ ਕੇ ਆਇਆ ਹੈ। ਹਨੇਰੀ ਚੱਲਦੀ ਪਈ ਹੈ, ਲੋਕਾਂ ਦੀਆਂ ਅੱਖਾਂ ਅੰਨੀਆਂ ਹੋ ਚੁੱਕੀਆਂ ਮਿੱਟੀ ਉੱਡਣ ਦੇ ਨਾਲ। ਆਪਣੇ ਵਿਅਕਤੀਆਂ ਨੂੰ ਆਖਦਾ ਹੈ, ਛੇਤੀ ਨਾਲ ਮਹਾਰਾਜ ਦਾ ਧੜ ਚੁੱਕ ਕੇ ਇਸ ਦੀ ਸੇਵਾ ਕਰੀਏ। ਸੋ ਉਸ ਵੇਲੇ ਕਹਿਣ ਲੱਗੇ ਵੀ ਧੜ ਮਹਾਰਾਜ ਸਾਹਿਬ ਜੀ ਦਾ ਚੁੱਕ ਕੇ ਲੱਖੀ ਸ਼ਾਹ ਵਣਜਾਰੇ ਨੇ ਸੰਸਕਾਰ ਕਰਨ ਵਾਸਤੇ ਆਪਣੇ ਘਰ ਵਿੱਚ ਲੈ ਗਿਆ। ਆਪਣੇ ਘਰ ਦੇ ਵਿੱਚ ਰੱਖ ਕੇ ਕੁਝ ਲੱਕੜਾਂ ਰੱਖ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਰੌਲਾ ਪਾ ਦਿੱਤਾ, ਮੇਰਾ ਤੇ ਘਰ ਸੜ ਗਿਆ। ਘਰ ਨੂੰ ਆਪ ਸਾੜਿਆ ਹੈ ਧੜ ਦਾ ਸੰਸਕਾਰ ਕਰਨ ਵਾਸਤੇ। ਸਮੇਂ ਦੀ ਸਰਕਾਰ ਨੂੰ ਪਤਾ ਨਾ ਲੱਗੇ। ਗੁਰਮੁਖੋ ਜਦੋਂ ਸੰਸਕਾਰ ਹੋ ਗਿਆ, ਮਹਾਰਾਜ ਜੀਆਂ ਦੇ ਫੁੱਲ ਚੁੱਕ ਕੇ ਉਸ ਵੇਲੇ ਗਾਗਰਾਂ ਦੇ ਵਿੱਚ ਪਾਏ ਗਏ। ਉਸੇ ਜਗ੍ਹਾ ਦੇ ਉੱਪਰ ਹੀ ਟੋਇਆ ਕੱਢ ਕੇ ਤੇ ਉਹ ਗਾਗਰਾਂ ਦੱਬ ਦਿੱਤੀਆਂ ਗਈਆਂ। ਅੱਜ ਗੁਰੂ ਘਰ ਬਣਿਆ ਹੋਇਆ ਦਿੱਲੀ ਵਿਖੇ, ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਦੀਆਂ ਮਹਾਰਾਜ ਸਾਹਿਬ ਜੀਆਂ ਦੇ ਸਥਾਨ ਦੇ। ਕਹਿਣ ਲੱਗੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ ਨਾ, ਉਸ ਵੇਲੇ ਵੀ ਇਸ ਤਰ੍ਹਾਂ ਹਨੇਰੀ ਚੱਲਦੀ ਪਈ ਹੈ। ਸੋ ਕਹਿਣ ਲੱਗੇ ਕੰਕਰ ਉੱਡਦੇ ਪਏ। ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਨਿਰਦੋਸ਼ ਨੇ, ਕੋਈ ਪਾਪ ਨਹੀਂ ਹੈ, ਕੋਈ ਗੁਨਾਹ ਨਹੀਂ ਕੀਤਾ ਹੈ, ਧਰਮ ਦੀ ਕੁਰਬਾਨੀ ਕੀਤੀ ਹੈ। ਸਰਹੱਦ ਦੀ ਧਰਤੀ ਕੰਬੀ ਇੱਕ ਵੇਲੇ, ਬੜਾ ਭਿਆਨਕ ਹਨੇਰ ਆਇਆ ਹੈ, ਅੱਖਾਂ ਅੰਨੀਆਂ ਹੋ ਗਈਆਂ। ਇਸ ਤਰ੍ਹਾਂ ਕੁਦਰਤ ਨੇ ਆਪਣਾ ਰੰਗ ਵਿਖਾਉਣਾ ਕੀਤਾ ਹੈ। ਕੀ ਵਹਿਰ ਸ਼ਿਵਾ ਮੁੱਦ ਸੋ ਭਰੀ। ਕਹਿਣ ਲੱਗੇ ਉਸ ਵੇਲੇ ਜਾਨਵਰ ਵੀ ਜਿਹੜੇ ਨੇ ਨਾ, ਉਹ ਵੀ ਰੋਂਦੇ ਪਏ। ਇਹ ਵਿਖਾਉਂਦੇ ਪਏ ਵੀ ਸਾਨੂੰ ਵੀ ਬੜਾ ਭਾਰੀ ਦੁੱਖ ਹੈ, ਕਿਉਂਕਿ ਕੁਦਰਤ ਵਸੀ ਹੋਈ ਹੈ ਨਾ ਸਾਰਿਆਂ ਦੇ ਵਿੱਚ। ਐਸੇ ਮਹਾਂਪੁਰਖਾਂ ਦੀ ਸ਼ਹਾਦਤ ਹੋਈ ਹੈ। ਬਿਨ ਘਨ ਗਰਜ ਗਗਨ ਤੇ ਸੁਣੀ। ਤੇ ਜਦੋਂ ਵੇਖਿਆ ਨਾ ਆਕਾਸ਼ ਵੱਲ ਲੋਕਾਂ ਨੇ, ਆਕਾਸ਼ ਦੇ ਵਿੱਚ ਕੋਈ ਬੱਦਲ ਨਹੀਂ ਹੈ, ਬਿਲਕੁਲ ਸਾਫ਼ ਨੇ, ਪਰ ਆਕਾਸ਼ ਗੱਜਦਾ ਪਿਆ ਹੈ। ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਗੜਕਦੀ ਹੈ ਨਾ, ਪਰ ਨਾ ਤੇ ਆਕਾਸ਼ ਵਿੱਚ ਕੋਈ ਬੱਦਲ ਹੈ, ਨਾ ਕੋਈ ਬਿਜਲੀ ਹੈ, ਪਰ ਗੜਗੜਾਟ ਐਸੇ ਤਰ੍ਹਾਂ ਹੋ ਰਹੀ ਹੈ ਜਿਵੇਂ ਬੱਦਲ ਗੱਜਦਾ ਪਿਆ ਹੋਵੇ। ਇਸ ਤਰ੍ਹਾਂ ਦਾ ਭਿਆਨਕ ਮੰਜ਼ਰ ਉਸ ਵੇਲੇ ਬਣਿਆ ਹੈ। ਇਸ ਤਰ੍ਹਾਂ ਦੀ ਉਸ ਵੇਲੇ ਸਥਿਤੀ ਬਣੀ ਹੈ। ਸਭ ਪਛਤਾਵਤ ਮੁੰਡੀ ਧੁਨੀ। ਜਿਹੜੇ ਸਿਆਣੇ ਸਿਆਣੇ ਲੋਕ ਨੇ ਉਹ ਆਪਣਾ ਸਿਰ ਹਿਲਾਉਂਦੇ ਪਏ, ਪਛਤਾਤਾਪ ਕਰਦੇ ਪਏ। ਕਹਿੰਦੇ ਵੇਖੋ ਕੁਦਰਤ ਦੇ ਰੰਗ, ਇਹ ਵਾਕਿਆ ਹੀ ਵੱਡਾ ਪਾਪ ਹੋਇਆ ਹੈ। ਧਰਤੀ ਹਿੱਲੀ ਹੈ, ਹਨੇਰੀ ਚੱਲੀ ਹੈ, ਅਸਮਾਨ ਜਿਹੜਾ ਉਹ ਵੀ ਗਰਜਿਆ ਹੈ। ਇਹ ਰੱਬ ਦੇ ਰੰਗ ਨੇ, ਕੁਦਰਤ ਦੇ ਰੰਗ ਨੇ। ਇਹ ਹੁਣ ਕੋਈ ਚੰਗਾ ਸਮਾਂ ਨਹੀਂ, ਮਾੜਾ ਸਮਾਂ ਹੀ ਇੱਥੇ ਆ ਕੇ ਪਵੇਗਾ। ਇੱਥੇ ਬਿਪਤਾ ਹੁਣ ਪੈਣੀ ਹੈ। ਸਿਆਣੇ ਲੋਕ ਆਪਣਾ ਸਿਰ ਹਿਲਾਉਂਦੇ ਨਾਲ ਐਸੀਆਂ ਗੱਲਾਂ ਕਰਦੇ, ਕਹਿੰਦੇ ਭਾਈ ਐਸਾ ਸਮਾਂ ਬਣਿਆ ਜੋ ਹੈ। ਸਿਆਣੇ ਬੁੱਧ ਕਰੈ ਵਿਚਾਰਨ। ਜਿਹੜੇ ਸਿਆਣੇ ਨੇ ਨਾ, ਉਹ ਵਿਚਾਰ ਕਰਦੇ ਪਏ ਇਸ ਗੱਲ ਦੇ ਵੀ ਇਹ ਪਾਪ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਇਹ ਪਾਪ ਹੋਇਆ, ਪਾਪ ਦੀ ਸਜ਼ਾ ਜ਼ਰੂਰ ਬਾਰ ਜ਼ਰੂਰ ਮਿਲਣੀ ਹੈ। ਬਚਨ ਬਾਣੀ ਦਾ ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੈ ਥਾਏ। ਇਹ ਬਚਨ ਮਹਾਰਾਜ ਜੀਆਂ ਦਾ। ਕਹਿਣ ਲੱਗੇ ਸਤਜੁਗ ਨੇ ਆਖਿਆ ਨਾ ਬ੍ਰਹਮਾ ਜੀ ਨੂੰ, ਜਿਹੜਾ ਮੇਰੇ ਰਾਜ ਦੇ ਵਿੱਚ ਚੰਗਾ ਕੰਮ ਕਰੇਗਾ ਉਹਨੂੰ ਮੈਂ 100 ਗੁਣਾ ਵੱਧ ਫਲ ਦੇਵਾਂਗਾ। ਮੰਨ ਲਓ ਇੱਕ ਪੁੰਨ ਕੀਤਾ, 100 ਗੁਣਾ ਵੱਧ ਪੁੰਨ ਦਾ ਫਲ ਮਿਲੇਗਾ। ਇਸੇ ਤਰ੍ਹਾਂ ਜਿਹੜਾ ਪਾਪ ਕਰੇਗਾ ਉਹਨੂੰ ਵੀ ਓਨਾ ਹੀ ਫਲ ਬਰਾਬਰ ਜਿਹੜਾ ਹੈ ਦੁੱਖ ਦਾ ਮਿਲੇਗਾ। ਜਦੋਂ ਕਲਯੁਗ ਗਿਆ ਨਾ ਬ੍ਰਹਮਾ ਜੀ ਦੇ ਕੋਲ, ਉਹਨਾਂ ਨੇ ਪੁੱਛਿਆ ਹਾਂ ਭਾਈ ਤੇਰਾ ਰਾਜ ਕਿਵੇਂ ਦਾ ਹੋਵੇਗਾ? ਉਹ ਕਹਿਣ ਲੱਗਾ ਨਾ ਮੈਂ 100 ਗੁਣਾ ਫਲ ਦੇਵਾਂ, ਨਾ ਮੈਂ ਕਿਸੇ ਦੂਜੇ ਨੂੰ ਦੁਖੀ ਕਰਾਂ। ਮੇਰੇ ਯੁੱਗ ਦੇ ਵਿੱਚ ਜਿਹੜਾ ਬੰਦਾ ਪਾਪ ਕਰੇਗਾ ਮੈਂ ਉਹਨੂੰ ਹੀ ਸਜ਼ਾ ਦੇਵਾਂਗਾ। ਪਾਪ ਦੀ ਸਜ਼ਾ ਵੀ ਇੱਕ ਵਾਰੀ ਤੇ ਪੁੰਨ ਦੀ ਸਜ਼ਾ ਵੀ ਇੱਕ ਵਾਰੀ ਮਿਲੇਗੀ। ਇਹ ਮੇਰੇ ਯੁੱਗ ਦਾ ਦਸਤੂਰ ਹੈ। ਗੁਰਬਾਣੀ ਨੇ ਬਚਨ ਲਿਖਿਆ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਕਲਯੁਗ ਦੇ ਵਿੱਚ ਜਿਵੇਂ ਦਾ ਬੀਜ ਬੀਜ ਦਿਓਗੇ ਉਵੇਂ ਦਾ ਫਲ ਵੱਢਣਾ ਪੈਣਾ ਹੈ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਇਹ ਸਮਾਂ ਆਵੇਗਾ। ਮਹਾਰਾਜ ਕਹਿੰਦੇ ਦੱਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ। ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ, ਮਾੜਾ ਸਮਾਂ ਆਉਂਦਾ, ਫਿਰ ਰੋਂਦਾ ਹੈ, ਦੂਜਿਆਂ ਦੇ ਉੱਪਰ ਦੋਸ਼ ਘਟਦਾ, ਫਲਾਣੇ ਨੇ ਦੁੱਖ ਦੇ ਦਿੱਤਾ ਹੈ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਇਹ ਤੇਰੇ ਆਪਣੇ ਕਰਮਾਂ ਦਾ ਹੀ ਹੈ ਭਾਈ, ਜਿਵੇਂ ਦਾ ਕੀਤਾ ਉਵੇਂ ਦਾ ਫਲ ਹੈ। ਸੋ ਇਹ ਕਲਯੁਗ ਦਾ ਸਮਾਂ ਹੈ। ਨਾਲ ਦੀ ਨਾਲ ਨਿਆਂ ਹੁੰਦਾ ਪਿਆ ਪਾਪ ਤੇ ਪੁੰਨ ਦਾ। ਉਸ ਵੇਲੇ ਸ਼ਹਿਰ ਦੇ ਜਿਹੜੇ ਪਤਵੰਤੇ ਨੇ, ਸਿਆਣੇ ਨੇ, ਉਹ ਆਪਣੇ ਧੌਣ ਹਿਲਾ ਕੇ ਕਹਿੰਦੇ ਵੀ ਨਹੀਂ, ਬੜਾ ਵੱਡਾ ਪਾਪ ਹੋ ਗਿਆ ਹੈ, ਇਹ ਹੁਣ ਫਲ ਭੋਗੇ ਬਿਨਾਂ ਇਹ ਪਾਪ ਮਿਟਣਾ ਨਹੀਂ ਹੈ। ਇਹਦੀ ਜ਼ਰੂਰ ਬਾਤ ਜ਼ਰੂਰ ਸਜ਼ਾ ਸਾਡੇ ਸ਼ਹਿਰ ਦੇ ਵਾਸੀਆਂ ਨੂੰ ਮਿਲਣੀ ਹੈ। ਭਇਓ ਕਹਿਰ ਵੱਡ ਕਰਤ ਉਚਾਰਨ। ਤੇ ਕਹਿਣ ਲੱਗੇ ਵੀ ਸਾਰੇ ਇਹ ਗੱਲ ਕਹਿੰਦੇ ਪਏ ਵੀ ਵੱਡਾ ਕਹਿਰ ਹੋਇਆ। ਸਾਰੇ ਹੀ ਕਹਿੰਦੇ ਪਏ, ਜਿੰਨੇ ਸਿਆਣੇ ਉੱਥੇ ਖਲੋਤੇ ਨਾ ਵਿਅਕਤੀ, ਜਿਨ੍ਹਾਂ ਨੂੰ ਕੋਲ ਜ਼ਿੰਦਗੀ ਦਾ ਤਜਰਬਾ ਹੈ, ਉਹ ਕਹਿੰਦੇ ਪਏ, ਕਹਿੰਦੇ ਵੱਡਾ ਕਹਿਰ ਹੋਇਆ, ਪਾਪ ਹੋਇਆ, ਇਹਦੀ ਸਜ਼ਾ ਮਿਲਣੀ ਹੈ। ਉਠੈ ਉਪਦਰਵ ਰਾਜ ਵਿਧੁੰਸੈ। ਤੇ ਕਹਿਣ ਲੱਗੇ ਵੀ ਇੱਥੇ ਹੁਣ ਉਪਦਰਵ ਪੈਦਾ ਹੋਣਗੇ, ਝਗੜੇ। ਹੁਣ ਕੋਈ ਨਾ ਕੋਈ ਬਹਾਨੇ ਨਾਲ ਝਗੜਾ ਹੁੰਦਾ ਹੀ ਰਹਿਣਾ ਤੇ ਇਹ ਰਾਜ ਨਸ਼ਟ ਹੋ ਜਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਅੰਮ੍ਰਿਤ ਵੇਲੇ ਲਾਹੌਰ ਸਾਹਿਬ, ਲਾਹੌਰ ਸ਼ਹਿਰ ਦੀ ਧਰਤੀ
ਧਰਤੀ ਦੇ ਉੱਪਰ ਚਰਨ ਪਾਉਂਦੇ ਪੈਣ। ਸਵੇਰੇ ਸਵੇਰੇ ਲੋਕ ਜੀਵ ਹੱਤਿਆ ਕਤਲ ਕਰਦੇ ਪਏ, ਗਾਵਾਂ ਮਾਰੀਆਂ ਜਾ ਰਹੀਆਂ, ਬੱਕਰੇ ਵੱਢੇ ਜਾ ਰਹੇ, ਤਾਂ ਕਿ ਸਵੇਰੇ ਸਵੇਰੇ ਤਾਜ਼ਾ ਮੀਟ ਵੱਢ ਕੇ ਤੇ ਮੰਡੀਆਂ ਵਿੱਚ ਪਹੁੰਚਾਇਆ ਜਾ ਸਕੇ, ਅੱਗੋਂ ਗ੍ਰਾਹਕ ਲੈਣ ਵਾਲਾ ਲੈ ਸਕੇ। ਮਹਾਰਾਜ ਸਾਹਿਬ ਜੀਆਂ ਦੀ ਨਿਗਾਹ ਪਈ ਹੈ, ਮੁਖੋਂ ਬਚਨ ਹੋ ਗਿਆ, ਕਹਿਣ ਲੱਗੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਵੀ ਸਵਾ ਪਹਿਰ ਰਾਤ ਰਹਿੰਦਿਆਂ ਇਹ ਪਾਪ ਇੱਥੇ ਹੋਇਆ ਹੈ। 2:30-3 ਵਜੇ ਦੇ ਸਮੇਂ ਦੇ ਮੁਤਾਬਕ ਐਸਾ ਪਾਪ ਇਹ ਲੋਕ ਕਰਦੇ, ਪਰ ਇਹ ਪਾਪ ਹੁਣ ਇਹਨਾਂ ਦੇ ਗਲ ਵਿੱਚ ਹੀ ਪਵੇਗਾ। ਮਹਾਰਾਜ ਦੇ ਬਚਨ ਇਹੋ ਜਿਹਾ ਨਿਕਲੇ, ਲਾਹੌਰ ਦੇ ਵਿੱਚ ਰੋਜ਼ ਹੀ ਤੜਕੇ ਕਿਸੇ ਨਾ ਕਿਸੇ ਘਰੇ ਲੜਾਈ ਹੋ ਜਾਂਦੀ ਹੈ, ਕਦੇ ਕੋਈ ਮਰ ਜਾਂਦਾ, ਕਦੇ ਕੋਈ ਫੱਟੜ ਹੋ ਜਾਂਦਾ, ਬੜੀ ਭਾਰੀ ਬਰਬਾਦੀ ਹੋਣੀ ਸ਼ੁਰੂ ਹੋ ਗਈ ਲਾਹੌਰ ਦੇ ਅੰਦਰ। ਜਦੋਂ ਇਸ ਤਰ੍ਹਾਂ ਦਾ ਸਮਾਂ ਹੌਲੀ ਹੌਲੀ ਵਧਿਆ, ਫਿਰ ਲੋਕਾਂ ਨੇ ਵਿਚਾਰਿਆ ਵੀ ਇਹ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਸਨ, ਸਾਡੀਆਂ ਕਰਤੂਤਾਂ ਵੇਖ ਕੇ ਸਾਨੂੰ ਸਜ਼ਾ ਮਿਲੀ ਹੈ। ਫਿਰ ਸਾਰੇ ਇਕੱਠੇ ਹੋ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆਏ, ਮਹਾਰਾਜ ਬਖਸ਼ ਲਓ ਆਪ ਕਿਰਪਾ ਕਰਕੇ, ਵੱਡਿਆਂ ਸਤਿਗੁਰਾਂ ਨੇ ਸਾਡਾ ਪਾਪ ਵੇਖ ਕੇ ਸਾਨੂੰ ਇਹ ਸਜ਼ਾ ਦਿੱਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਸੰਗਤ ਨੂੰ ਸ਼ਰਨ ਵਿੱਚ ਆਇਆ ਵੇਖ ਕੇ ਨਾਲੇ ਇਹ ਵੀ ਵਿਚਾਰਿਆ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਨੇ ਵੀ ਲਾਹੌਰ ਤੋਂ ਹੀ ਆਉਣਾ ਹੈ, ਸਾਡੀ ਗੁਰਤਾ ਗੱਦੀ ਤੇ ਮਾਲਕ ਬਣਨ ਵਾਸਤੇ। ਉਹਨਾਂ ਨੇ ਬਚਨ ਆਖਿਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਕਹਿ ਕੇ ਬਚਨ ਵਾਪਸ ਮਹਾਰਾਜ ਨੇ ਲੈ ਲਏ। ਕਹਿਣ ਤੋਂ ਭਾਵ ਇਹ ਹੈ, ਗੁਰਮੁਖੋ ਜਿੱਥੇ ਪਾਪ ਹੋਵੇਗਾ ਉੱਥੇ ਸਜ਼ਾ ਵੀ ਮਿਲਣੀ ਹੈ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਇਤਿਹਾਸ ਦੇ ਵਿੱਚੋਂ ਲੈ ਲਏ ਤਾਂ ਕਿ ਬਚਨ ਚੰਗੀ ਤਰ੍ਹਾਂ ਸਮਝ ਆ ਜਾਵੇ। ਇਹ ਜਿਹੜੇ ਸਰਹੰਦ ਦੇ ਲੋਕ ਨੇ ਇਹ ਵੀ ਕਹਿੰਦੇ ਪਏ, ਕਹਿੰਦੇ ਪਾਪ ਹੋਇਆ ਨਾ, ਇਹਦੀ ਹੁਣ ਸਜ਼ਾ ਭੋਗਣ ਵਾਸਤੇ ਵੀ ਤਿਆਰ ਹੋ ਜਾਓ। ਇੱਥੇ ਹੁਣ ਝਗੜੇ ਹੀ ਹੁੰਦੇ ਰਹਿਣਗੇ, ਕਲੇਸ਼ ਹੀ ਪਵੇਗਾ, ਕੋਈ ਚੰਗਾ ਕੰਮ ਨਹੀਂ ਹੋਣਾ ਹੈ। ਹੋਏ ਬਿਨਾਸ਼ੀ ਤੁਰਕਨ ਸੰਸਾਰ, ਤੇ ਸਾਰੇ ਲੋਕ ਕਹਿੰਦੇ ਵੀ ਮੁਗਲਾਂ ਦਾ ਰਾਜ ਹੁਣ ਨਹੀਂ ਰਹਿਣਾ। ਜਿੱਥੇ ਇੰਨਾ ਵੱਡਾ ਪਾਪ ਹੋਵੇ ਉੱਥੇ ਫਿਰ ਕਿੱਥੋਂ ਤੁਸੀਂ ਇੱਛਾ ਰੱਖਦੇ ਹੋ ਵੀ ਰਾਜ ਭਾਗ ਬਣਿਆ ਰਹੇਗਾ? ਇਹ ਮੁਗਲਾਂ ਦਾ ਰਾਜ ਰਹਿਣਾ ਨਹੀਂ। ਬਚਨ ਹੋਏ 6 ਸਾਲ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦਾ ਆ ਕੇ ਜੰਗ ਲੜਿਆ। ਇਹ ਸ਼ਾਸਨ ਬੇਗ, ਇਹ ਬਾਸ਼ਨ ਬੇਗ ਸਮਾਣੇ ਦੇ ਰਹਿਣ ਵਾਲੇ, ਇਹਨਾਂ ਨੂੰ ਸਜ਼ਾਵਾਂ ਦਿੱਤੀਆਂ। ਸੁੱਚਾਨੰਦ ਨੂੰ ਸਜ਼ਾ ਦਿੱਤੀ ਗਈ ਹੈ। ਫਿਰ ਇੱਥੇ ਵਜ਼ੀਰ ਖਾਨ ਨੂੰ ਉਸ ਵੇਲੇ ਜਿੱਤ ਲਿਆ ਗਿਆ, ਫੌਜ ਦੌੜ ਗਈ ਹੈ। ਇਸ ਨੂੰ ਫਿਰ ਧਰਤੀ ਦੇ ਉੱਪਰ ਘਸੀਟ ਕੇ ਮਾਰਿਆ। ਇਹਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕੀਤਾ। ਖਾਲਸੇ ਨੇ ਉਸ ਵੇਲੇ ਆਪਣਾ ਕਿਰਦਾਰ ਉੱਚਾ ਰੱਖਣ ਵਾਸਤੇ ਪਰਿਵਾਰ ਨੂੰ ਆਜ਼ਾਦ ਕਰ ਦਿੱਤਾ। ਦੁਸ਼ਟਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸਰਹੰਦ ਦੀ ਇੱਟ ਦੇ ਨਾਲ ਇੱਟ ਵਜਾਈ ਗਈ ਹੈ। ਰਾਜ ਭਾਗ ਸਦਾ ਵਾਸਤੇ ਵਜ਼ੀਰੇ ਦਾ ਖਤਮ ਹੋ ਗਿਆ। ਸੋ ਉਹ ਜਿਹੜੇ ਬਚਨ ਸਨ ਮਹਾਂਪੁਰਖਾਂ ਦੇ ਵੀ ਇਹ ਜੜ੍ਹਾਂ ਪੱਟੀਆਂ ਗਈਆਂ। ਕਹਿਣ ਲੱਗੇ ਉਹ 6 ਸਾਲਾਂ ਦੇ ਵਿੱਚ ਹੀ ਬਚਨ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਪੂਰਾ ਹੋਇਆ ਹੈ। ਸਕਲ ਕੁਕਰਮ ਕੁਲਛਨ ਹੇਰੇ, ਸੋ ਕਹਿਣ ਲੱਗੇ ਉਸ ਵੇਲੇ ਸਾਰਿਆਂ ਥਾਵਾਂ ਤੇ ਇਹ ਕੁਕਰਮ ਵੇਖਿਆ ਹੈ। ਕੁਲਛਨ ਕਹੀਏ ਵੀ ਖੋਟੇ ਸ਼ਗਨ ਹੁੰਦੇ ਉਸ ਵੇਲੇ ਵੇਖੇ ਹਨ। ਟੋਡਰ ਮਲ ਹੋਏ ਦੁਖੀ ਕਨੇਰੇ, ਇਹ ਟੋਡਰ ਮਲ ਵੀ ਵੇਖਦਾ ਪਿਆ ਵੀ ਮੇਰੇ ਹੁੰਦਿਆਂ ਮੈਂ ਇਹ ਰੋਕ ਨਹੀਂ ਸਕਿਆ, ਪਾਪ ਸਮੇਂ ਸਿਰ ਨਹੀਂ ਪਹੁੰਚ ਸਕਿਆ, ਵੱਡਾ ਪਾਪ ਹੋਇਆ ਵੇਖਿਆ ਹੈ। ਗਮਨੇ ਤੁਰਤ ਮਾਤ ਜਹ ਬੈਸੀ, ਜਿੱਥੇ ਮਾਤਾ ਸਾਹਿਬ ਜੀ ਬੈਠੇ ਹੋਏ ਮਾਤਾ ਗੁਜਰੀ ਜੀ ਕਹਿਣ ਲੱਗੇ ਫਿਰ ਚਿੰਤਾ ਬਸਥਿਰ ਮੂਰਤ ਜੈਸੀ। ਉਸ ਵੇਲੇ ਚਿੰਤਾ ਦੇ ਵਸੀ ਹੋ ਕੇ ਬਾਬਾ ਟੋਡਰਮਲ ਜੀ, ਭਾਈ ਟੋਡਰਮਲ ਜੀ ਮਾਤਾ ਜੀ ਕੋਲ ਜਾਣ ਲੱਗੇ। ਇਹ ਹੁਣ ਮਾਤਾ ਗੁਜਰੀ ਜੀਆਂ ਨੂੰ ਕਿਵੇਂ ਜਾ ਕੇ ਸੁਨੇਹਾ ਦਿੰਦੇ ਨੇ, ਕਿਹੜੇ ਕਿਹੜੇ ਬਚਨ ਬਲਾਸ ਹੁੰਦੇ, ਮਾਤਾ ਗੁਜਰੀ ਜੀਆਂ ਦੀ ਕਿਵੇਂ ਸ਼ਹਾਦਤ ਹੁੰਦੀ ਹੈ, ਇਹ ਬਚਨ ਇਤਿਹਾਸ ਆਪਾਂ ਫਿਰ ਪਰਸੋਂ ਦੇ ਦੀਵਾਨ ਵਿੱਚ ਅੱਗੇ ਸਰਵਣ ਕਰਾਂਗੇ। ਕਿਉਂਕਿ ਕੱਲ ਨੂੰ ਤੇ ਸੰਗਰਾਂਦ ਦਾ ਦਿਹਾੜਾ ਹੈ, ਆਪਾਂ 12 ਮਾਹ ਦੀ ਕਥਾ ਹੀ ਸਰਵਣ ਕਰਾਂਗੇ। ਇਸ ਇਤਿਹਾਸ ਨੂੰ ਪਰਸੋਂ ਆਪਾਂ ਫਿਰ ਅੱਗੇ ਸਰਵਣ ਕਰਾਂਗੇ। ਅੱਜ ਜਿਹੜਾ ਦਿਨ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਮਹਾਨ ਸ਼ਹੀਦ, ਮਹਾਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਬਾਬਾ ਦੀਪ ਸਿੰਘ ਜੀ। ਸੋ ਜਿਨ੍ਹਾਂ ਦਾ ਨਗਰ ਪਹੂਵਿੰਡ ਹੈ, ਅੰਮ੍ਰਿਤਸਰ ਦੇ ਨੇੜੇ ਪਹੂਵਿੰਡ ਨਾਮ ਦਾ ਨਗਰ ਹੈ। ਸੋ ਜਿੱਥੇ ਉਹਨਾਂ ਦੀ ਯਾਦਗਾਰ ਗੁਰੂ ਘਰ ਬਣਿਆ ਹੋਇਆ। ਪਿਤਾ ਦਾ ਨਾਮ ਹੈ ਭਾਈ ਭਗਤਾ ਜੀ, ਮਾਤਾ ਜਿਉਣੀ ਜੀ। ਤਿੰਨਾਂ ਦੀ ਕੁੱਖ ਵਿੱਚੋਂ ਤਿੰਨਾਂ ਨੇ ਜਨਮ ਧਾਰਿਆ ਹੈ। 12 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪ ਪਹੁੰਚੇ। ਇੱਥੇ ਰਹਿ ਕੇ ਸੇਵਾ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਸਾਹਿਬ ਜੀਆਂ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਸ਼ਸਤਰ ਵਿਦਿਆ ਸਿੱਖੀ, ਸਿੱਖਾਂ ਦੇ ਕੋਲ ਰਹਿ ਕੇ, ਸਿੰਘਾਂ ਦੇ ਕੋਲ ਰਹਿ ਕੇ। ਸਮਾਂ ਆਇਆ ਫਿਰ ਆਗਿਆ ਲੈ ਕੇ ਆਪਣੇ ਨਗਰ ਕੁਝ ਸਮੇਂ ਵਾਸਤੇ ਆਏ। ਸੋ ਕਹਿਣ ਲੱਗੇ ਇਸ ਤਰ੍ਹਾਂ ਸਮਾਂ ਚੱਲਦਾ ਰਿਹਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਿਸ ਵੇਲੇ ਦਮਦਮਾ ਸਾਹਿਬ ਦੀ ਧਰਤੀ ਤੇ ਗਏ, ਬਾਬਾ ਦੀਪ ਸਿੰਘ ਜੀਆਂ ਨੇ ਆ ਕੇ ਦਰਸ਼ਨ ਕੀਤੇ। ਉਸ ਵੇਲੇ ਗੁਰਬਾਣੀ ਲਿਖਣ ਤੇ ਗੁਰਬਾਣੀ ਪੜ੍ਹਾਉਣ ਦੀ
ਇਹ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਟਕਸਾਲ ਚਲਾਈ ਦਮਦਮਾ ਸਾਹਿਬ ਦੀ ਧਰਤੀ ਤੋਂ। ਭਾਈ ਮਨੀ ਸਿੰਘ ਸਾਹਿਬ ਜੀ ਜਿਹੜੇ ਸਨ ਉਹ ਗੁਰਬਾਣੀ ਲਿਖਦੇ ਪਏ। ਬਾਬਾ ਦੀਪ ਸਿੰਘ ਸਾਹਿਬ ਜੀ ਜਿਹੜੇ ਸਨ ਉਹ ਸ਼ਾਹੀ ਤੇ ਕਲਮ ਕਾਗਜ਼ ਦਾ ਪ੍ਰਬੰਧ ਕਰਦੇ। ਸਤਿਗੁਰੂ ਜੀ ਪਹਿਲੇ ਪੈਰ ਅੰਮ੍ਰਿਤ ਵੇਲੇ ਗੁਰਬਾਣੀ ਗੁਰੂ ਗੋਬਿੰਦ ਸਿੰਘ ਜੀ ਆਪ ਪੜ੍ਹਦੇ, ਸਿੱਖਾਂ ਨੂੰ ਕਹਿੰਦੇ ਲਿਖੋ ਭਾਈ। ਭਾਈ ਮਨੀ ਸਿੰਘ ਜੀ ਲਿਖਦੇ ਪਏ। ਪਹਿਲੇ ਪੈਰ 12 ਵਜੇ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੀ ਉਚਾਰਿਆ ਕਰਦੇ, ਭਾਈ ਮਨੀ ਸਿੰਘ ਜੀ ਲਿਖਿਆ ਕਰਦੇ। ਅਤੇ ਬਾਅਦ ਦਾ ਜਿਹੜਾ ਦੀਵਾਨ ਹੈ, ਦੁਪਹਿਰ ਤੋਂ ਬਾਅਦ ਦਾ ਅਗਲੇ ਪੈਰ ਦਾ ਜਿਹੜਾ ਦੀਵਾਨ ਸਜਦਾ ਹੈ, ਉਹਦੇ ਵਿੱਚ ਫਿਰ ਗੁਰਬਾਣੀ ਦੇ ਮਹਾਰਾਜ ਜੀ ਅਰਥ ਕਰਵਾਉਂਦੇ। ਗੁਰਬਾਣੀ ਦੇ ਅਰਥ ਕਿਵੇਂ ਚੱਲਣ ਕਰਨੇ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਖੋਂ ਆਪ ਇਹ ਦਾਤ ਬਖਸ਼ੀ ਹੈ। ਸੋ ਜਿਹੜੀ ਦਮਦਮੀ ਟਕਸਾਲ ਹੈ ਉਹ ਵੀ ਇੱਥੋਂ ਹੀ ਚੱਲੀ ਹੈ, ਤਾਂ ਹੀ ਉਸ ਦਾ ਨਾਮ ਦਮਦਮੀ ਟਕਸਾਲ ਦਮਦਮਾ ਸਾਹਿਬ ਤੋਂ ਮਹਾਰਾਜ ਨੇ ਸ਼ੁਰੂ ਕੀਤੀ ਹੈ। 48 ਸਿੰਘਾਂ ਨੇ ਮਹਾਰਾਜ ਦੇ ਕੋਲ ਬੈਠ ਕੇ ਇਹ ਬਚਨ ਜਿਹੜੇ ਸਾਰੀ ਗੁਰਬਾਣੀ ਸਰਵਣ ਕੀਤੀ, ਅਰਥਾਂ ਦੇ ਸਮੇਤ, ਪਾਠ ਦੇ ਸਮੇਤ। ਜਿਸ ਵੇਲੇ ਗੁਰਬਾਣੀ ਦਾ ਸਰੂਪ ਤਿਆਰ ਹੋਇਆ ਉਸ ਵੇਲੇ ਸਿੰਘਾਂ ਨੇ ਆਗਿਆ ਮੰਗੀ, ਮਹਾਰਾਜ ਆਗਿਆ ਹੋਵੇ ਤੇ ਸੱਚਖੰਡ ਜਾਣ ਦਾ ਹੁਕਮ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਭਾਈ ਮਨੀ ਸਿੰਘ ਜੀਆਂ ਨੂੰ, ਬਾਬਾ ਦੀਪ ਸਿੰਘ ਜੀਆਂ ਨੂੰ, ਨਹੀਂ ਭਾਈ ਤੁਹਾਡੇ ਕੋਲੋਂ ਅਜੇ ਸੇਵਾ ਲੈਣੀ ਹੈ, ਗੁਰਬਾਣੀ ਦੇ ਅਜੇ ਸਰੂਪ ਲਿਖਣੇ ਨੇ ਅਤੇ ਧਰਮ ਕਰਮ ਦੇ ਅਜੇ ਕਈ ਕਰਮ ਕਰਨੇ। ਬਚਨ ਹੋਇਆ ਮਹਾਰਾਜ ਸਾਹਿਬ ਜੀ ਹੁਣ ਤੇ ਆਪ ਜੀਆਂ ਨੇ ਬਦੇ ਮੁਕਤੀ ਬਖਸ਼ਿਸ਼ ਕੀਤੀ ਹੋਈ ਹੈ, ਕਿਤੇ ਸਮਾਂ ਪਾ ਕੇ ਮਨ ਸੰਸਾਰ ਵਾਲੀ ਨਾ ਚਲਾ ਜਾਵੇ, ਕਿਤੇ ਇਹ ਆਨੰਦ ਖਤਮ ਹੀ ਨਾ ਹੋ ਜਾਵੇ। ਬਚਨ ਹੋ ਗਿਆ ਸਤਿਗੁਰਾਂ ਦੇ ਮੁਖੋਂ। ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਕਹਿਣ ਲੱਗੇ, ਮਨੀ ਸਿੰਘ ਜੀ ਬੰਦ ਕੱਟਿਆ ਜਾਵੇਗਾ ਪਰ ਇਸ ਅਵਸਥਾ ਦੇ ਵਿੱਚ ਫਰਕ ਨਹੀਂ ਪਵੇਗਾ, ਐਸੇ ਤਰ੍ਹਾਂ ਅਵਸਥਾ ਬਣੀ ਰਹਿਣੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਬਚਨ ਹੋਇਆ ਸੀਸ ਭਾਵੇਂ ਉੱਤਰ ਜਾਵੇ ਪਰ ਬਾਬਾ ਦੀਪ ਸਿੰਘ ਜੀ ਇਹ ਅਵਸਥਾ ਇਸੇ ਤਰ੍ਹਾਂ ਹੀ ਬਣੀ ਰਹੇਗੀ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀਆਂ ਨੇ ਸੇਵਾ ਕੀਤੀ ਹੈ। ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀਆਂ ਨੇ ਪਹੁੰਚ ਕੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਬਾਬਾ ਦੀਪ ਸਿੰਘ ਤੇ ਹੋਰਾਂ ਗੁਰਸਿੱਖਾਂ ਤੋਂ ਸੇਵਾਵਾਂ ਲਈਆਂ। ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਕੇ 4 ਸਰੂਪ ਆਪ ਲਿਖੇ। ਬਾਬਾ ਦੀਪ ਸਿੰਘ ਜੀਆਂ ਨੇ ਗੁਰਬਾਣੀ ਦੇ ਤਖਤਾਂ ਦੇ ਉੱਪਰ ਉਹ ਸਰੂਪ ਬਿਰਾਜਮਾਨ ਕਰਵਾਏ। ਇਧਰੋਂ ਕਹਿਣ ਲੱਗੇ ਵੀ ਦਰਬਾਰ ਸਾਹਿਬ ਦੇ ਉੱਪਰ ਮੁਗਲਾਂ ਦੇ ਵੱਲੋਂ ਹਮਲਾ ਹੋ ਗਿਆ। ਕਿਸੇ ਸਿੱਖ ਨੇ ਜਾ ਕੇ ਦੱਸਿਆ, ਬਾਬਾ ਜੀ ਮੁਗਲਾਂ ਨੇ ਸ੍ਰੀ ਹਰਮੰਦਰ ਸਾਹਿਬ ਦਾ ਸਰੋਵਰ ਮਿੱਟੀ ਨਾਲ ਪੂਰ ਕੇ ਤੇ ਘੋਰ ਬੇਅਦਬੀ ਕਰਦੇ ਪਏ। ਉਸ ਵੇਲੇ ਦਾ ਬਚਨ ਹੈ ਕਿ ਬਾਬਾ ਦੀਪ ਸਿੰਘ ਜੀ ਜਿਸ ਵੇਲੇ ਚੱਲੇ ਦਮਦਮਾ ਸਾਹਿਬ ਤੋਂ, ਉਸ ਵੇਲੇ 500 ਸਿੰਘ ਦਾ ਜਥਾ ਸੀ ਨਾਲ ਉਹਨਾਂ ਦੇ। ਜਦੋਂ ਚੱਲੇ ਮੁਗਲਾਂ ਨਾਲ ਜੰਗ ਕਰਨ ਵਾਸਤੇ, ਚਿੱਠੀਆਂ ਪਾ ਦਿੱਤੀਆਂ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਨੂੰ, ਭਾਈ ਆਓ ਜਿੰਨੇ ਕੁਰਬਾਨੀ ਕਰਨੀ ਹੈ, ਸ਼ਹਾਦਤ ਪ੍ਰਾਪਤ ਕਰਨੀ, ਆਓ ਭਾਈ ਚੱਲੀਏ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਵਾਸਤੇ। ਜਿਸ ਵੇਲੇ ਬਾਬਾ ਦੀਪ ਸਿੰਘ ਜੀ ਗੁਰਮੁਖੋ ਤਰਨਤਾਰਨ ਸਾਹਿਬ ਦੇ ਨੇੜੇ ਪਹੁੰਚੇ, ਕਹਿਣ ਲੱਗੇ ਉਹ 500 ਦਾ ਜਥਾ 5000 ਦਾ ਰੂਪ ਉਸ ਵੇਲੇ ਧਾਰਨ ਕਰ ਗਿਆ। 5000 ਸਿੰਘ ਇਕੱਠੇ ਹੋ ਗਏ। ਲਕੀਰ ਖਿੱਚੀ ਹੈ ਬੁੱਢੇ ਜਰਨੈਲ ਨੇ, ਇਸ ਲਕੀਰ ਤੋਂ ਪਾਰ ਉਹ ਆਇਓ ਜਿਹਨੂੰ ਜ਼ਿੰਦਗੀ ਨਹੀਂ ਪਿਆਰੀ, ਜਿਹਨੇ ਸ਼ਹਾਦਤ ਪਾਉਣੀ ਆ ਉਹ ਅੱਗੇ ਆਵੇ, ਜਿਹਨੂੰ ਜ਼ਿੰਦਗੀ ਦਾ ਪਰਿਵਾਰ ਦਾ ਮੋਹ ਹੈ ਪਿੱਛੇ ਮੁੜ ਜਾਓ, ਇੱਥੇ ਸਿਰਾਂ ਦੀ ਲੋੜ ਪੈਣੀ ਹੈ। ਜਦੋਂ ਲਕੀਰ ਖਿੱਚੀ ਹੈ ਛਾਲਾਂ ਮਾਰ ਕੇ 5000 ਦਾ ਜਥਾ ਹੀ ਪਾਰ ਹੋ ਗਿਆ। ਬਾਬਾ ਜੀ ਅਸੀਂ ਸਾਰੇ ਹੀ ਕੁਰਬਾਨ ਹੋਣ ਵਾਸਤੇ ਆਏ ਆ, ਜ਼ਿੰਦਗੀ ਪਰਿਵਾਰ ਦੇ ਨਾਲ ਮੋਹ ਨਹੀਂ ਹੈ। ਬੜਾ ਭਿਆਨਕ ਜੰਗ ਹੋਇਆ। ਜੰਗ ਕਰਦਿਆਂ ਬਾਬਾ ਦੀਪ ਸਿੰਘ ਜੀਆਂ ਦਾ ਸੀਸ ਉਸ ਵੇਲੇ ਧੜ ਤੋਂ ਜੁਦਾ ਹੋ ਗਿਆ। ਟਾਲਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਪ ਸੰਗਤਾਂ ਦਰਸ਼ਨ ਕਰਦੇ। ਨਾਲ ਮੀਤ ਜਥੇਦਾਰ ਨੇ ਬਾਬਾ ਨੱਥਾ ਸਿੰਘ ਜੀ, ਉਹਨਾਂ ਨੇ ਨੇੜੇ ਹੋ ਕੇ ਬਚਨ ਕੀਤਾ, ਬਾਬਾ ਜੀ ਆਪ ਜੀ ਆਖਦੇ ਸੀ ਹਰਿਮੰਦਰ ਸਾਹਿਬ ਨੂੰ ਯਾਦ ਕਰਵਾਉਣਾ ਹੈ, ਫਿਰ ਸ਼ਹਾਦਤ ਪ੍ਰਾਪਤ ਕਰਨੀ ਹੈ। ਆਪ ਜੀ ਦਾ ਸੀਸ ਲੱਥ ਗਿਆ, ਆਪ ਰਣ ਭੂਮੀ ਵਿੱਚ ਲੇਟ ਗਏ ਹੋ। ਬਚਨ ਪੂਰਾ ਕਰਨਾ ਚਾਹੀਦਾ ਗੁਰੂ ਕੇ ਸਿੱਖ ਨੂੰ। ਜਦੋਂ ਆਪਣੇ ਜਥੇਦਾਰ ਤੋਂ ਬਚਨ ਸੁਣਿਆ ਤੇ ਕਹਿਣ ਲੱਗੇ, ਉਸ ਵੇਲੇ ਆਪਣੇ ਖੱਬੇ ਹੱਥ ਦੀ ਤਲੀ ਤੇ ਆਪਣਾ ਸੀਸ ਰੱਖ ਕੇ ਸੱਜੇ ਹੱਥ ਵਿੱਚ ਖੰਡਾ ਫੜ ਕੇ ਬੁੱਢਾ ਜਰਨੈਲ ਉਸੇ ਤਰ੍ਹਾਂ ਹੀ ਫਿਰ ਜੰਗ ਦੇ ਵਿੱਚ ਲੜਨ ਲੱਗ ਪਿਆ। ਐਸਾ ਭਿਆਨਕ ਜੰਗ ਕਰਦਿਆਂ ਹੋਇਆਂ ਜਦੋਂ ਮੁਗਲਾਂ ਨੇ ਵੇਖਿਆ ਤੇ ਸਿਰ ਵੱਡੇ ਵੀ ਲੜਦੇ ਪਏ, ਜੰਗ ਮੈਦਾਨ ਛੱਡ ਕੇ ਭੱਜੇ ਜਾਂਦੇ, ਕਈਆਂ ਦੇ ਆਹੂ ਲਾ ਦਿੱਤੇ ਅਤੇ ਹਰਮੰਦਰ ਸਾਹਿਬ ਨੂੰ ਉਸ ਵੇਲੇ ਜਾ ਕੇ ਆਜ਼ਾਦ ਕਰਵਾਇਆ। ਵਿਦਵਾਨਾਂ ਦਾ ਬਚਨ ਹੈ 5000 ਦੇ ਵਿੱਚੋਂ 88 ਸਿੰਘ ਜਿਹੜੇ ਸਨ ਉਹ ਸ਼ਹਾਦਤ ਪ੍ਰਾਪਤ ਕਰ ਗਏ ਸਨ। 88 ਸਿੰਘਾਂ ਦੇ ਸੀਸ ਲੱਗੇ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਵਾਸਤੇ, ਜਿਹੜੀ ਮਰਿਆਦਾ ਕਾਇਮ ਰੱਖਣ ਵਾਸਤੇ
ਅਤੇ ਉਹਨਾਂ ਦੇ ਸਮੇਤ ਫਿਰ ਬਾਬਾ ਦੀਪ ਸਿੰਘ ਜੀ ਜਦੋਂ ਆ ਪਰਿਕਰਮਾ ਵਿੱਚ ਮੱਥਾ ਟੇਕਦੇ ਹੋ, ਇੱਥੇ ਜਾ ਕੇ ਆਪਣਾ ਸੀਸ ਰੱਖਿਆ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸੰਸਾਰ ਦੇ ਲੋਕ ਆਪ ਜੀ ਵਾਸਤੇ ਦੇਗ ਦਾ ਭੋਗ ਲਿਆਉਂਦੇ, ਕੋਈ ਵਸਤਰਾਂ ਦੀ ਸੇਵਾ ਕਰਦਾ ਹੈ, ਕੋਈ ਫਲਾਂ ਦੀ ਸੇਵਾ ਲਿਆ ਕੇ ਭੇਟ ਕਰਦਾ ਹੈ, ਤੇਰੇ ਨਿਮਾਣੇ ਸਿੱਖ ਦੇ ਵੱਲੋਂ ਅੱਜ ਤੇਰੇ ਦਰ ਦੇ ਉੱਪਰ ਮੈਂ ਸੀਸ ਭੇਟ ਕੀਤਾ। ਆਪ ਮੇਰਾ ਸੀਸ ਅੰਗੀਕਾਰ ਕਰੋ, ਇਹਨਾਂ ਸੇਵਾਵਾਂ ਨੂੰ ਪ੍ਰਵਾਨ ਕਰੋ। ਇਸ ਤਰ੍ਹਾਂ ਕਹਿ ਕੇ ਆਪਣੇ ਉਸ ਵੇਲੇ ਸਰੀਰ ਨੂੰ ਸ਼ਾਂਤ ਕੀਤਾ ਹੈ। ਸੰਗਤਾਂ ਸੂਰਮਿਆਂ ਨੇ ਫਿਰ ਬਾਬਾ ਜੀ ਦੇ ਸਰੀਰ ਦਾ ਜਿਹੜਾ ਹੈ ਅੰਤਮ ਸੰਸਕਾਰ ਮਰਿਆਦਾ ਦੇ ਮੁਤਾਬਕ ਕੀਤਾ। ਜਿਹੜੇ 88 ਸਿੰਘ ਸ਼ਹੀਦ ਹੋਏ ਉਹਨਾਂ ਦਾ ਵੀ ਫਿਰ ਜਿਹੜਾ ਹੈ ਸੰਸਕਾਰ ਕਰਕੇ ਜਗ੍ਹਾ ਬਣਾਈ ਗਈ। ਨਿਹੰਗ ਸਿੰਘ ਬੈਠੇ ਹੁੰਦੇ ਉੱਥੇ ਕਈ ਵਾਰ ਉਸ ਜਗ੍ਹਾ ਦੇ ਉੱਪਰ ਜਿੱਥੇ ਸਾਰਾ ਕੌਤਕ ਵਰਤਾਇਆ ਹੈ। ਇਸ ਤਰ੍ਹਾਂ ਦਾ ਇਹ ਦਿਹਾੜਾ ਆਪਾਂ ਨੂੰ ਬਾਬਾ ਦੀਪ ਸਿੰਘ ਮਹਾਂਪੁਰਖਾਂ ਦਾ ਪ੍ਰਾਪਤ ਹੋ ਰਿਹਾ ਹੈ। ਨਾਲ ਹੀ ਗੁਰਮੁਖੋ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰਤਾ ਗੱਦੀ ਦਿਹਾੜਾ ਵੀ ਹੈ। ਜਿਸ ਵੇਲੇ ਸਤਿਗੁਰੂ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚੇ, ਦੁਪਹਿਰ ਵੇਲੇ ਮਹਾਰਾਜ ਆਰਾਮ ਕਰਦੇ ਪਏ। ਉਸ ਵੇਲੇ ਦੋ ਪਠਾਣਾਂ ਨੇ ਮਹਾਰਾਜ ਜੀ ਨੂੰ ਸੁੱਤਿਆਂ ਵੇਖ ਕੇ ਸਤਿਗੁਰਾਂ ਦੀ ਛਾਤੀ ਦੇ ਵਿੱਚ ਖੰਜਰ ਮਾਰਿਆ ਜਾ ਕੇ। ਖੰਜਰ ਚੁੱਭ ਗਿਆ ਮਹਾਰਾਜ ਦੇ ਸੀਨੇ ਦੇ ਵਿੱਚ। ਮਹਾਰਾਜ ਦੇ ਕੋਲ ਸਿੰਘ ਉਸ ਵੇਲੇ ਕੋਈ ਨਹੀਂ ਹੈ। ਕਈ ਵਾਰੀ ਸਿੰਘ ਕੀ ਕਰਦੇ, ਢਿੱਲਾ ਪਹਿਰਾ ਕਰ ਜਾਂਦੇ, ਥੋੜਾ ਬਹੁਤਾ ਢਿੱਲਾ ਪਹਿਰਾ ਇੱਧਰ ਉੱਧਰ ਵਰਤ ਲੈਂਦੇ। ਜਦੋਂ ਮਹਾਰਾਜ ਆਰਾਮ ਕਰਦੇ ਪਏ, ਢਿੱਲਾ ਪਹਿਰਾ ਉਸ ਵੇਲੇ ਸਿੰਘਾਂ ਨੇ ਵਰਤਿਆ। ਇਹਨਾਂ ਮੁਗਲਾਂ ਨੇ ਉਸ ਵੇਲੇ ਮੌਕਾ ਵੇਖ ਕੇ ਮਹਾਰਾਜ ਦੇ ਉੱਪਰ ਵਾਰ ਕੀਤਾ। ਸਤਿਗੁਰਾਂ ਨੇ ਆਪਣੀ ਤੇਗ ਦੇ ਨਾਲ ਇੱਕ ਦਾ ਸਿਰ ਤੇ ਉੱਥੇ ਹੀ ਲਾ ਦਿੱਤਾ, ਨਾਲ ਹੀ ਉਸ ਨੂੰ ਸਦਾ ਦੀ ਨੀਂਦ ਸਵਾਇਆ। ਦੂਜਾ ਉਸ ਵੇਲੇ ਸਿੱਖਾਂ ਨੇ ਫੜ ਕੇ ਕਿ ਉਸ ਨੂੰ ਵੀ ਇਸ ਦੁਨੀਆ ਤੋਂ, ਸੰਸਾਰ ਤੋਂ ਜਿਹੜਾ ਹੈ ਉਹ ਮੌਤ ਨੂੰ ਪ੍ਰਾਪਤ ਕਰਵਾ ਦਿੱਤਾ। ਦੂਜੇ ਨੂੰ ਵੀ ਸੋਧਾ ਲਾ ਦਿੱਤਾ। ਉਸ ਵੇਲੇ ਸਤਿਗੁਰਾਂ ਦੇ ਸੀਨੇ ਵਿੱਚੋਂ, ਛਾਤੀ ਵਿੱਚੋਂ ਖੂਨ ਵਗਦਾ ਪਿਆ। ਬਹਾਦਰ ਸ਼ਾਹ ਬਾਦਸ਼ਾਹ ਵੀ ਨਾਲ ਮਹਾਰਾਜ ਸਾਹਿਬ ਜੀਆਂ ਦੇ ਇਲਾਕੇ ਵਿੱਚ ਵਿਚਰਦਾ ਪਿਆ। ਪਤਾ ਲੱਗਾ ਸਤਿਗੁਰਾਂ ਦੇ ਉੱਪਰ ਵਾਰ ਹੋਇਆ। ਛੇਤੀ ਦੇ ਨਾਲ ਅੰਗਰੇਜ਼ ਡਾਕਟਰ ਬੁਲਾਇਆ ਗਿਆ। ਉਹਨੇ ਆ ਕੇ ਜ਼ਖਮ ਨੂੰ ਸਿਉਂ ਦਿੱਤਾ, ਪੱਟੀ ਬੰਨ੍ਹ ਦਿੱਤੀ ਹੈ। ਜ਼ਖਮ ਰਾਜੀ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਮਹਾਰਾਜ ਦਰਬਾਰ ਵਿੱਚ ਬੈਠੇ, ਦੀਵਾਨ ਸਜਿਆ ਹੋਇਆ, ਸੰਗਤਾਂ ਦਰਸ਼ਨ ਕਰਦੀਆਂ ਪਈਆਂ। ਉਹਨਾਂ ਸੰਗਤਾਂ ਦੇ ਵਿੱਚ ਇੱਕ ਸਿੱਖ ਆਇਆ। ਮਹਾਰਾਜ ਦੇ ਸਾਹਮਣੇ ਧਨੁਖ ਪਿਆ ਹੋਇਆ, 9 ਟੰਕਾ ਧਨੁਖ। ਆਪਾਂ ਕਈ ਵਾਰੀ ਬਚਨ ਸੁਣਿਆ। ਵੇਖ ਕੇ ਆਖਦਾ, ਮਨ ਵਿੱਚ ਸੋਚਦਾ ਪਿਆ, ਐਡਾ ਵੱਡਾ ਧਨੁਖ ਤੇ ਵਿਖਾਵੇ ਵਾਸਤੇ ਰੱਖਿਆ, ਇਹਨੂੰ ਚਲਾ ਥੋੜੀ ਕੋਈ ਸਕਦਾ ਹੈ। ਹੁਣ ਮਹਾਰਾਜ ਨੇ ਘਟ ਘਟ ਕੇ ਅੰਤਰ ਕੀਜਾ। ਸਤਿਗੁਰੂ ਜਾਣ ਗਏ। ਸਿੱਖ ਦੇ ਮਨ ਵਿੱਚ ਸ਼ੰਕਾ ਪੈਦਾ। ਮਹਾਰਾਜ ਕਹਿੰਦੇ, ਲਿਆਓ ਭਾਈ ਸਿੱਖੋ, ਸਾਨੂੰ ਤੀਰ ਕਮਾਨ ਫੜਾਓ। ਤੀਰ ਕਮਾਨ ਫੜਿਆ, ਖਿੱਚ ਕੇ ਉਹਦੇ ਵਿੱਚ ਤੀਰ ਚਲਾਇਆ। 1 2 3 4 5 ਕਈ ਤੀਰ ਚਲਾਏ। ਉਹ ਜਿਹੜੇ ਟੰਕੇ ਲੱਗੇ ਸਨ ਉਸ ਵੇਲੇ ਟੁੱਟ ਗਏ। ਟੰਕੇ ਟੁੱਟਣ ਦੇ ਨਾਲ ਫਿਰ ਜ਼ਖਮ ਖੁੱਲ ਗਿਆ ਹੈ, ਖੂਨ ਵਗਣਾ ਸ਼ੁਰੂ ਹੋ ਗਿਆ। ਸਿੱਖ ਭੱਜ ਕੇ ਅੱਗੇ ਹੋਏ। ਮਹਾਰਾਜ ਕਹਿੰਦੇ, ਨਹੀਂ ਭਾਈ ਹੁਣ ਰਹਿਣ ਦਿਓ, ਹੁਣ ਸਮਾਂ ਆ ਗਿਆ, ਸਾਡੇ ਸੱਚਖੰਡ ਜਾਣ ਦਾ ਸਮਾਂ ਹੈ, ਹੁਣ ਅਸੀਂ ਇਹ ਸਰੀਰ ਤਿਆਗਣਾ ਹੈ। ਜਦੋਂ ਬਚਨ ਹੋ ਗਿਆ, ਸਿੱਖਾਂ ਵਿੱਚ ਬੜਾ ਭਾਰੀ ਵੈਰਾਗ ਪੈਦਾ ਹੋਇਆ। ਮਹਾਰਾਜ ਜਦੋਂ ਪਹਿਲੇ ਸਤਿਗੁਰੂ ਗਏ, ਉਹ ਸਾਨੂੰ ਗੁਰੂ ਦੇ ਲੜ ਲਾ ਕੇ ਗਏ। ਆਪ ਵੀ ਬਚਨ ਕਰਦੇ ਪਏ, ਸੱਚਖੰਡ ਚੱਲੇ ਆ, ਸਾਨੂੰ ਕਿਸ ਗੁਰੂ ਦੇ ਲੜ ਆਪ ਲਾਉਂਦੇ ਪਏ। ਮਹਾਰਾਜ ਕਹਿੰਦੇ, ਭਾਈ ਸੋਹਣਾ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰੋ। ਆਪ ਸੰਗਤਾਂ ਹਜ਼ੂਰ ਸਾਹਿਬ ਜਾਂਦੇ ਦਰਸ਼ਨ ਕਰਨ ਵਾਸਤੇ। 2 ਨਿਸ਼ਾਨ ਸਾਹਿਬ ਉੱਥੇ ਸ਼ੋਭਾ ਪਾ ਰਹੇ ਨੇ। ਇੱਕ ਸੱਚਖੰਡ ਦੇ ਨਾਲ ਹੀ ਹੈ ਬਿਲਕੁਲ, ਇੱਕ ਪੌੜੀਆਂ ਉਤਰ ਕੇ ਸਾਹਮਣੇ ਲੋਹੇ ਦਾ ਜੰਗਲਾ ਬਣਿਆ। ਇਹ ਨਿਸ਼ਾਨ ਸਾਹਿਬ ਇਸੇ ਯਾਦਗਾਰ ਦਾ ਹੀ ਸਬੂਤ ਹੈ। ਤੰਬੂ ਲਾਇਆ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। 5 ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਤਾਬਿਆ ਖੜੇ ਕਰਕੇ 5 ਪੈਸੇ ਨਾਰੀਅਲ ਮੰਗਾ ਕੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਮਹਾਰਾਜ ਜੀ ਨੇ ਬਚਨ ਆਖਿਆ, ਸਭ ਸਿੱਖਣ ਕੋ ਹੁਕਮ ਹੈ। ਇਹ ਬਚਨ ਆਖਿਆ। 5 ਪ੍ਰਕਰਮਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ। ਬਚਨ ਕੀਤਾ ਖਾਲਸਾ ਜੀ ਗੁਰੂ ਦੇ ਹੁਕਮ ਦੇ ਵਿੱਚ, ਖਾਲਸੇ ਦੀ ਤਾਬਿਆ ਰਹਿਣਾ ਹਰ ਵੇਲੇ, ਸ਼ਸਤਰ ਵਿਦਿਆ ਦੀ ਕਮਾਈ ਕਰਨੀ, ਅੰਮ੍ਰਿਤ ਵੇਲੇ ਨੂੰ ਸਾਂਭ ਕੇ ਰੱਖਣਾ, ਨਾਮ ਨੂੰ ਜਪਦੇ ਰਹਿਣਾ, ਸ਼ਸਤਰ ਦਾ ਕਦੇ ਵਸਾ ਨਹੀਂ ਕਰਨਾ। ਦੁਨੀਆ ਦੀ ਕੋਈ ਵੀ ਤਾਕਤ, ਦੁਨੀਆ ਦੀ ਕੋਈ ਵੀ ਕੌਮ ਤੁਹਾਡੇ ਤੇ ਰਾਜ ਨਹੀਂ ਕਰ ਸਕੇਗੀ, ਬਲਕਿ ਤੁਸੀਂ ਦੁਨੀਆ ਤੇ ਰਾਜ ਕਰੋਗੇ। ਬਚਨ ਤੇ ਹੋਇਆ, ਪਰ ਕੌਮ ਨਾ ਨਿਤਨੇਮ ਤੇ ਪਹਿਰਾ ਦੇ ਸਕੀ ਹੈ, ਨਾ ਅੰਮ੍ਰਿਤ ਵੇਲੇ ਤੇ ਨਾ ਹੀ ਸ਼ਸਤਰ ਵਿਦਿਆ ਦੇ ਉੱਪਰ ਕੋਈ ਪਹਿਰਾ ਨਹੀਂ। ਢਿੱਲੇ ਪਹਿਰੇ ਹੋ ਗਏ, ਢਿੱਲੇ ਪਹਿਰੇ ਹੋ ਗਏ ਤੇ ਗੁਲਾਮ ਹੋ ਗਏ, ਗੁਲਾਮ ਹੋ ਗਏ। ਫਿਰ ਸੜਕਾਂ ਤੇ ਬੈਠ ਗਿਆ ਧਰਨਾ ਦੇਣ ਵਾਸਤੇ। ਇਹ ਕੌਮ ਧਰਨਾ ਦੇਣ ਵਾਲਿਆਂ ਦੀ ਨਹੀਂ ਹੈ, ਇਹ ਕੌਮ ਹੱਕ ਲੈਣ ਵਾਲਿਆਂ ਦੀ ਹੈ। ਹੱਕ ਲੈਣਾ ਇਹਨਾਂ ਨੂੰ ਚਾਹੀਦਾ ਸ਼ਸਤਰ ਦੇ ਨਾਲ ਹੋਣਾ, ਪਰ ਇਹ ਤੇ ਬਣ ਗਿਆ ਮੰਗਤੇ, ਭਿਖਾਰੀ ਬਣ ਗਏ। ਸੜਕਾਂ ਤੇ ਬਹਿ ਕੇ ਹਾਏ ਮਰ ਗਏ, ਦੇ ਦਿਓ ਸਾਨੂੰ ਕੁਝ। ਮੰਗਤੇ ਬਣ ਕੇ, ਮੰਗਤਿਆਂ ਵਾਲੀ ਕੌਮ ਨਹੀਂ, ਸ਼ੇਰਾਂ ਵਾਲੀ ਮਹਾਰਾਜ ਨੇ ਬਣਾਈ।
ਰੋ ਵਿਚਾਰ ਇਸ ਤਰ੍ਹਾਂ ਮਹਾਰਾਜ ਨੇ ਆਪਣੇ ਖਾਲਸੇ ਨੂੰ ਚੜ੍ਹਦੀ ਕਲਾ ਵਾਲਾ ਬਣਾਇਆ ਹੈ। ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਇਹ ਅੱਜ ਦੇ ਦੋ ਇਤਿਹਾਸ ਜਿਹੜੇ ਆਪਾਂ ਸਰਵਣ ਕੀਤੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਥਾ ਨਾ ਛੁਟਿਆ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ। ਸਾਧ ਸੰਗਤ ਦੀ ਬੇਨਤੀ ਹੈ, ਕੱਲ ਨੂੰ ਮਗਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪ੍ਰਾਪਤ ਹੋ ਰਿਹਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਣਗੇ ਅਤੇ ਪੰਜ ਬਾਣੀਆਂ ਦੇ ਨਿਤਨੇਮ, ਸਹਿਜ ਪਾਠ ਸਾਹਿਬ ਜੀਆਂ ਦੇ ਭੋਗ, 12 ਮਾਹ ਗੁਰਬਾਣੀ ਦੇ ਪਾਠ, 12 ਮਾਹ ਮਹੀਨੇ ਦੀ ਕਥਾ ਵਿਚਾਰ ਆਪਾਂ ਸਵੇਰ ਦੇ ਦੀਵਾਨ ਵਿੱਚ ਸਰਵਣ